सतनाम श्री वाहिगुरु साहिब जीओ। आवो हो सिख सतगुरु के प्यारे हो, गावो हो सची बाणी। बाणी ता गावो गुरु केरी, बाणिया सिर बाणी। जिनको नदर कर्म होवे, हृदय तिना समाणी। पीवो अमृत सदा रहो हर रंग, जपे हो सारिंग पाणी। कह नानक सदा गाओ, एह सच्ची बाणी। कह नानक सदा गाओ, एह सच्ची बाणी। वाहिगुरु जी का खालसा, वाहिगुरु जी की फतेह। परम सत्कार ते सन्मानयोग चवर छतर तखत दे मालक जुगो जुग अटल, सर्व सांझी वालता दे पैगंबर दीन दुनिया दे राखे, मनुखता दे सांझे रहबर गुरता गद्दी ते सुहायमान, हलत पलत के रक्षक, निमाणिया दे मान निताणिया दे ताण न्योटिया दी ओट, साहिबे कमाल धन 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 साहिब श्री गुरु ग्रंथ साहिब जी महाराज। सतगुरां दी अपार किरपा बख्शिश रहमत दा सदका आप सरबत माई भाई गुरसिख संगत गुरुद्वारा सिंह शहीदां सुहाना अमृत वेले दे दीवाना च हर रोज की तरह अज भी गुरु दरबार दीयां हाजरियां भरन लई आए हो, वडभागे हो। धन धन बाबा हनुमान सिंह जी महाराज बेअंत सिंह शहीदां दा एक तरस है अपने सारियां ते ही। तरस करके दया करके हर रोज बुला लेंदे ने, अपनी गोद विच बिठा लेंदे ने और साडे आत्मिक भले वास्ते, साडे जीवन दे भले वास्ते रबी ज्ञान, ब्रह्म ज्ञान, कीर्तन दे शहबर, बाणी दे प्रवाह, सेवा दा जप तप, सतसंग दीयां घड़ियां बेअंत तरीकिਆਂ नाल सानू गरीब नवाजी करदे ने साडे ते। ਇਹ ਉਹਨਾਂ ਦਾ ਤਰਸ है, इसलिए उठते बहते तुरते फिरते सिंह शहीद बाबा जी का शुकराना करिया करो। जिन्ना भी धन्नवाद करांगे उन्ना ही थोड़ा, ते जिन्ना करांगे उन्ना ही साडा भला है। सो अज भी उन्हां दे आपां तरस दे पात्र बने आ। मेरे तो पहला आप जियां ने हजूरी रागी जथे तो रब्बी गुरबाणी का कीर्तन बड़ी भावना नाल सरवण कीता है। उपरंत कुछ समा कथा राही गुरमत विचारां दा सानू प्राप्त होया है। आओ इस मिले हुए समय नूं गुरु की बात पाके इन्हां सत्संग दीयां घड़ियां नूं माणीए, अपने समय नूं, श्वासां नूं, जीवन नूं, कन्नां नूं, अखां नूं, नेत्रां नूं, जुबान, रसना, ये सारे इंद्रियां नूं सफल करन दा यतन करिए। 23वीं पौड़ी दा आप जी ने पाठ सरवण कीता है। धन श्री गुरु अमरदास पातशाह भी बड़े तरस विच
ਹਮੇਸ਼ਾ ਰਹਿੰਦੇ ਨੇ ਤੇ ਸਾਡੇ ਤੇ ਵੀ ਤਰਸ ਉਹਨਾਂ ਦਾ ਹਰ ਰੋਜ਼ ਇਦਾਂ ਹੀ ਬਣਿਆ ਰਹਿੰਦਾ ਤੇ ਬਣਿਆ ਰਵੇ, ਕਿਉਂਕਿ ਇਹ ਆਨੰਦ ਦੇਣ ਵਾਲੀ ਬਾਣੀ, ਪਰਮ ਆਨੰਦ ਪਰਮ ਸੁਖ ਦੇਣ ਵਾਲੀ ਬਾਣੀ, ਜਿਹਦੀ ਵਿਚਾਰ ਅਸੀਂ ਗੁਰਮਤਿ ਦੀ ਰੋਸ਼ਨੀ ਵਿੱਚ ਹਰ ਰੋਜ਼ ਸਾਂਝੀ ਕਰਨ ਦਾ ਯਤਨ ਕਰਦੇ ਹਾਂ। ਕਿਸ ਭਾਵ ਦੇ ਵਿੱਚ ਇਹ ਬਾਣੀ ਪਾਤਸ਼ਾਹ ਨੇ ਉਚਾਰੀ ਹੋਏਗੀ, ਕਿਸ ਪਰਮ ਆਨੰਦ ਵਿੱਚ ਜਾ ਕੇ ਬਾਣੀ ਉਚਾਰੀ ਹੋਏਗੀ, ਕੀ ਅਵਸਥਾ ਹੋਏਗੀ, ਕੀ ਵਾਤਾਵਰਨ ਹੋਏਗਾ, ਕੀ ਆਬੋ ਹਵਾ ਹੋਏਗੀ, ਕੀ ਮਾਹੌਲ ਹੋਏਗਾ ਉਸ ਵੇਲੇ ਜਿਸ ਵੇਲੇ ਇਹ ਪਾਵਨ ਪਵਿੱਤਰ ਸ਼ਬਦ ਪ੍ਰਮਾਤਮਾ ਦੇ ਘਰ ਤੋਂ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਦੀ ਰਸਨਾ ਤੇ ਆ ਕੇ ਅੱਖਰੀ ਜਾਮਾ ਪਹਿਨਿਆ ਹੋਏਗਾ। ਇਹ ਧੁਰ ਕੀ ਬਾਣੀ ਅੱਜ ਸਾਡੇ ਔਰ ਸਮੁੱਚੇ ਸੰਸਾਰ ਦੇ ਭਲੇ ਵਾਸਤੇ ਸਤਿਗੁਰੂ ਹਰ ਰੋਜ਼ ਮਿਹਰਾਮਤਾਂ ਦਾ ਜਿਹੜਾ ਮੀਂਹ ਉਹ ਪਾ ਰਹੇ ਨੇ। ਬੜੇ ਜਗਿਆਸੂ ਨੇ ਜਿਹੜੇ ਅੰਮ੍ਰਿਤ ਵੇਲਾ ਸੰਭਾਲਦੇ ਆ, ਇਹਨਾਂ ਪਾਵਨ ਬਾਣੀਆਂ ਦਾ ਨਿਤਨੇਮ ਕਰਕੇ, ਨਿਤਨੇਮ ਸਰਵਣ ਕਰਕੇ, ਨਿਤਨੇਮ ਦੀ ਵਿਆਖਿਆ ਨਾਲ ਜੁੜ ਕੇ ਸਤਿਗੁਰਾਂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਨੇ। ਮਨੁੱਖੀ ਜੀਵਨ ਦੇ ਵਿੱਚ ਸਮੁੱਚੀਆਂ ਬੰਦਿਸ਼ਾਂ ਤੋਂ ਮੁਕਤੀ ਦਿਵਾ ਕੇ ਰੱਬੀ ਰਾਹ ਤੇ ਕੇਵਲ ਉਹ ਸ਼ਬਦ ਹੀ ਤੋਰ ਸਕਦਾ ਹੈ। ਭਟਕਣਾ ਨੂੰ ਮੁਕਾ ਕੇ ਉੱਤਮ ਪੰਥ ਦਾ ਜਿਹੜਾ ਇਹ ਪੰਥ ਹੀ ਬਣਾ ਦਿੰਦਾ ਹੈ। ਪਿਛਲੀ ਪੌੜੀ ਵਿੱਚ ਆਪਾਂ ਨੇ ਪੜ੍ਹਿਆ ਸੀ, ਅਨੇਕ ਜੂਨੀ ਭਰਮ ਆਵੇ ਵਿਣ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸ਼ਬਦ ਸੁਣਾਏ। ਗੱਲ ਸ਼ਬਦ ਤੋਂ ਸ਼ੁਰੂ ਹੁੰਦੀ ਹੈ, ਸ਼ਬਦ ਤੇ ਮੁੱਕਦੀ ਹੈ, ਕਿਉਂਕਿ ਇਹ ਸੰਸਾਰ ਵੀ ਸ਼ਬਦ ਤੋਂ ਹੀ ਬਣਿਆ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸ਼ਬਦ ਵਿੱਚੋਂ ਬਣਿਆ, ਸ਼ਬਦ ਨੇ ਸਵਾਰਨਾ। ਜਿੱਦੇ ਰੱਬ ਦਾ ਹੁਕਮ ਸ਼ਬਦ ਰੂਪ ਚ ਆਏਗਾ, ਉਹਦੇ ਸਾਰਾ ਕੁਝ ਸਿਮਟ ਜਾਏ। ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਮੁਕਤੀ ਦੇ ਵੈਸੇ ਕਈ ਅਰਥ ਕੀਤੇ ਆ। ਸ਼ਬਦ ਦੀ ਅਜ਼ਮਤ, ਸ਼ਬਦ ਦੀ ਕਰਾਮਾਤ ਕੀ ਹੈ? ਇਹ ਵਿਕਾਰਾਂ ਤੋਂ ਮੁਕਤ ਕਰਦਾ ਹੈ, ਇਹ ਅਵਗੁਣਾਂ ਤੋਂ ਮੁਕਤ ਕਰਦਾ ਹੈ, ਇਹ ਨਸ਼ਿਆਂ ਤੋਂ ਮੁਕਤ ਕਰਦਾ ਹੈ, ਇਹ ਮੋਹ ਮਾਇਆ ਮਮਤਾ ਤੋਂ ਮੁਕਤ ਕਰਦਾ ਹੈ, ਇਹ ਲੋਕ ਲੱਜਿਆ ਤੋਂ ਮੁਕਤ ਕਰਦਾ ਹੈ, ਇਹ ਹਉਮੈ ਤੋਂ ਮੁਕਤ ਕਰਦਾ ਹੈ। ਇਹ ਜਿਹੜੇ ਪੰਜ ਵਿਕਾਰ ਚੋਰ ਅੰਦਰ ਬੈਠੇ ਆ, ਜਿਹੜੇ ਇੱਕ ਭੂਤ ਦਾ ਕੰਮ ਕਰ ਰਹੇ ਆ, ਪੰਜ ਦੂਤ, ਜਿਹਨੂੰ ਮਹਾਰਾਜ ਨੇ ਕਿਹਾ ਪੰਜ ਭੂਤ ਬਸ ਕੀਨੇ, ਇਹਨਾਂ ਨੂੰ ਭੂਤ ਕਿਹਾ ਭੱਟਾਂ ਦੀ ਬਾਣੀ ਵਿੱਚ, ਕਿਉਂਕਿ ਭੂਤ ਦਾ ਕੰਮ ਕੀ ਹੁੰਦਾ? ਜਿਹੜਾ ਨੁਕਸਾਨ ਕਰੀ ਜਾਂਦਾ ਦਿਸਦਾ ਹੈ ਹੀ ਨਹੀਂ। ਜਦੋਂ ਘਰ ਦੇ ਵਿੱਚ ਸਾਰੇ ਆਪੋ ਆਪਣੀ ਜਗ੍ਹਾ ਤੇ ਬੈਠੇ ਹੋਣ, ਫਿਰ ਵੀ ਕੋਈ ਅਣਸੁਖਾਵੀ ਘਟਨਾ ਘਟ ਜਾਏ ਤੇ ਆਪਾਂ ਕੀ ਕਹਿੰਦੇ ਆ ਵੀ ਘਰ 'ਚ ਭੂਤ ਹੀ ਨਾ ਕੋਈ ਹੋਵੇ। ਭੂਤ ਕੰਮ ਕਰਦਾ ਲੇਕਿਨ ਨਜ਼ਰ ਨਹੀਂ ਆਉਂਦਾ। ਇਹ ਵਿਕਾਰ ਕਿਸੇ ਨੇ ਵੇਖੇ ਥੋੜਾ ਕਿਹੋ ਜਿਹਾ, ਲੇਕਿਨ ਕੰਮ ਨਿਰੰਤਰ ਕਰਦੇ ਤੁਰੇ ਜਾ ਰਹੇ ਆ। ਤੇ ਇਹਨਾਂ ਵਿਕਾਰਾਂ ਤੋਂ ਵੀ ਮੁਕਤੀ ਮਿਲਦੀ ਹੈ। ਇਹ ਸ਼ਬਦ ਜੇ ਕੋਈ ਆਤਮਿਕ ਤੌਰ ਤੇ ਮਨ ਕਰਕੇ ਕਿਸੇ ਬੰਧਨਾਂ ਵਿੱਚ ਫਸਿਆ, ਸਾਰਾ ਸੰਸਾਰ ਹੀ ਫਸਿਆ ਹੋਇਆ, ਇਵਨ ਕਿ ਧਰਮੀ ਲੋਕ ਵੀ ਮਨ ਕਰਕੇ ਬੰਧਨ ਚ ਨੇ। ਸੰਸਾਰ ਦੀ ਗੱਲ ਨਹੀਂ ਹੈ, ਸੰਸਾਰ ਜਿਨ੍ਹਾਂ ਨੂੰ ਜਾ ਕੇ ਪੁੱਛਦਾ ਨਾ ਜੀ ਮਨ ਕਿਵੇਂ ਮੁਕਤ ਹੋਵੇ, ਕਿਵੇਂ ਰਸ, ਕਿਵੇਂ ਸਕੂਨ ਆਵੇ, 99% ਉਹ ਆਪ ਹੀ ਮਨ ਤੋਂ ਪਰੇਸ਼ਾਨ ਹੁੰਦੇ ਆ ਜਿਨ੍ਹਾਂ ਨੂੰ ਪੁੱਛ ਰਿਹਾ। ਕਿਉਂਕਿ ਕੋਈ ਹਰਿਆ ਬੂਟ ਰਹੇ ਹੋ ਰਹੀ, ਕੋਈ ਵਿਰਲਾ ਹੀ ਆ ਜਿਹੜਾ ਬਚਿਆ ਹੋਇਆ। ਨਹੀਂ ਤਾਂ ਇਸ ਮਾਇਆ ਨੇ ਬੜੇ ਤਰੀਕਿਆਂ ਦੇ ਨਾਲ ਬੰਦੇ ਨੂੰ ਆਪਣੇ ਮਕੜ ਜਾਲ 'ਚ ਫਸਾਇਆ ਹੋਇਆ ਹੈ। ਤਾਂ ਹੀ ਕਬੀਰ ਸਾਹਿਬ ਕਹਿੰਦੇ, ਜਦੋਂ ਮਾਇਆ ਮੇਰੇ ਕੋਲ ਆਈ ਨਾ ਭੇਸ ਵਟਾ ਕੇ, ਮੈਂ ਇਸ ਮਾਇਆ ਦਾ ਨੱਕ ਵੀ ਕੱਟ ਦਿੱਤਾ, ਕੰਨ ਵੀ ਕੱਟ ਦਿੱਤਾ। ਨੱਕ ਤੇ ਕੰਨ ਹੀ ਕਿਉਂ ਕੱਟਿਆ? ਕਿਉਂਕਿ ਬੰਦੇ ਨੂੰ ਦੋ ਹੀ ਚੀਜ਼ਾਂ ਦਾ ਬੜੀ ਉਤਸੁਕਤਾ ਹੁੰਦੀ ਹੈ। ਇੱਕ ਤਾਂ ਕਹਿੰਦਾ ਸੰਸਾਰ 'ਚ ਕਿਤੇ ਮੇਰੀ ਨੱਕ ਨਾ ਕੱਟੀ ਜਾਵੇ, ਦੂਜਾ ਫਿਰ ਜੇ ਨੱਕ ਬਚ ਗਿਆ, ਇੱਜ਼ਤ ਬਚ ਗਈ, ਕੋਈ ਕੰਮ ਕੀਤਾ ਵਧੀਆ ਕੀਤਾ, ਬਹੁਤ ਪੈਸਾ ਖਰਚ ਕੇ ਕੀਤਾ, ਫਿਰ ਕੰਨਾਂ ਨਾਲ ਸੁਣਦਾ ਵੀ ਹੁਣ ਲੋਕ ਕੀ ਕਹਿ ਰਹੇ ਆ।
ये माया के अंदर है सारा कुछ। फिर कबीर साहब कहते, कबीर आई मुझे भयानक करे कर पेश, कबीर नाको काटी कानो काटी, काट कूट के डारी, कहो कबीर संतन की बैरन, तीन लोक की प्यारी। जेड़ी माया नूं तिन्ना लोकां विच बड़ा प्यार किया जाता है, रब दे प्यारे कहंदे साडी तां बैरन है, साडी नहीं इहदे नाल बनदी। क्योंकि ये माया जदों अपना प्रभाव पाउंदी है, माया का काम ही यह है, लिव छुड़की लगी तृष्णा माया अमर वरताया। माया जो हुक्म चलाउंदी है, लिव तोड़दी है, तृष्णा ला दिंदी है। तृष्णा रोग है, आ काम है माया का, इस करके वो बच के रहिंदे आ। महाराज कहंदे ये शब्द जिहड़ा कई तरीकों की मुक्ति सानू बख्शिश करदा है, ते जे बाहर असीं अनेकां जूनां दे भरमां विच पै गए, भटकणां विच पै गए, उत्थों भी मुक्ति। वैसे बंदा जिउंदे जी भी कई जूनियां भोग लैंदा है। अगे भी शायद आप जपजी साहब की बाणी ये व्याख्या आई सी, जदों काम रोग मैंगल वस कीना, हाथी नूं काम का रोग दिता, एक जीव दे रस का मच्छी नूं रोग दिता है, कन्ना का कंडे हेड़े दे राग नूं सुनन दा रोग मिर्ग विच है, नक का रोग वासना की सुगंधी का भौरे विच है। पातशाह कहंदे जदों ये इंसान च काम प्रभाव पाउंदा, ये हाथी की जून है। जदों लोभ अंदर ज्यादा आ जाए, फिर लोभी का जिहड़ा संबंध वो कुत्ते नाल, हल्के हुए कुत्ते नाल तुलना मारे ने दित्ती आ। ज्यों कुकर हरकाया, लोभी बंदे नूं हल्किया कुत्ता उहदे नाल तुलना दित्ती। क्यों? क्योंकि पख ना जाने, ਉਹਨੂੰ पख जायज नजायज का पता ही नहीं। क्योंकि जदों कुत्ते नूं हलका पैंदा, सब तो पहला मालक नूं वढदा। जदों लोभ का कुत्ता भौंकदा, फिर कई बार भरावां नाल भी लिहाज नहीं हुंदी, सकिया नाल भी बंदा लिहाज नहीं करता, फिर उदों कुत्ते की जून विचों निकल रहा है। जदों नक की वासना दे ग्रसिया होया, थां थां सुगंधियां माणदा, उदों भौरे की जून विचों निकल रहा है। जदों थां थां तो राग नाद गीत सुन के लोग की कह रहे हैं, मेरे बारे की कह रहे हैं, उहदे बारे की कह रहे हैं, कन्नां दे कम्मां विच लग्या रहिंदा कि मैं सुना दुनिया दीयां गल्लां, उदों मिर्ग की जून विचों निकल रहा है। ये सारियां जूनां कई बार जिउंदे जी भी हंडा जांदा है। कूकर है, सूकर है, गर्द वह काक है, सर्प ने तुलखल है। मर के भी पातशाह कहते जे गुरु कोल नहीं, शब्द कोल नहीं, तो मर के भी ये जूना, ते जे जिउंदे जी शब्द कोल नहीं, जिउंदे जी भी इन्ना। कूकर है, सूकर है, सूर दी जून, कूकर है, सूकर है, गर्द वह गधे दी जून। जदों पहला अपने बच्चों का भार, फिर पोतियां का भार, फिर पड़पोतियां का, जे रब ने लंबी उम्र कर दी, ये गधा भार ढोंदा है गधे की जून विचों। सूर का काम किया गंदगी खाना, जो लोगों के निंदिया चुगली ईर्ख औकनी फूली जाने, फलाना आए फलाना आए, ते फिर सूर की जून है, क्योंकि गंदगी फरोलदा। सर्प ने जदों माया ते नाग वल मार के बैठता ना, भी कोई लै ना जाए, बैंकों च पई है तो पई रवे, उदों ये सप की जून विचों निकलिया। कक है जदों अपने परिवार लई कामां रौली पाई जाता भी आ जाओ, मैं ते मेरिਆਂ ਦਾ ही भला होवे, किसी होर दा ना, उदों कां दी जून विचों भुगत रहा है, जिउंदे जी भी हंडाउंदा है। पर इह सारियां विचों शब्द मुक्ति दिवाउंदा है। गुरु अमरदास साहब सच्चे पातशाह ने इस शब्द नूं अज दी पौड़ी विच सच्ची बाणी कहा। सच्ची बाणी ही शब्द है, शब्द ही सच्ची बाणी है। करीब करीब जितने भी दुनिया के धर्म ने, उन्हां सारियां कोल धार्मिक ग्रंथ भी ने। जिन्ने 350 के करीब धर्मां का जिक्र विद्वानां ने किया है, धार्मिक ग्रंथों को, इन्हां कोल धार्मिक ग्रंथ भी ने अपने अपने। कुल दुनिया के धार्मिक ग्रंथों विचों एक विद्वान कहता भी सब तो सर्वोत्तम धन धन श्री गुरु ग्रंथ साहब पातशाह ने। क्यों? सारियां दे ग्रंथ सत्कारयोग ने, आपां किसी नूं नीवा करके अपनी गल वड्डी नहीं कर रहे। श्रीमद भागवत गीता बेहद सत्कारयोग है। इस्लाम धर्म के सारे ग्रंथ जिन्ना भी अदब सत्कार दे दईए उन्ना थोड़ा। ईसाई धर्म के पाक पवित्र बाइबल नूं हॉली बुक जिन्हों क्या, जिन्ना सत्कार दे दईए उन्ना थोड़ा। महात्मा बुद्ध जी के बचनों का जिन्ना सत्कार हो जाए उन्ना थोड़ा। महावीर जैन जी के जिन्ने आपां बचनों का सत्कार प्यार कर लईए उन्ना ही थोड़ा, क्योंकि सारियां दे शब्द कोई ना कोई रब दे राह ते तोरन दा गल हुक्म दे रहे हैं।
ਗੁਰੂ ਗ੍ਰੰਥ ਸਾਹਿਬ ਸਰਵੋਤਮ ਤਾਂ ਹੋ ਜਾਂਦੇ ਆ ਵੀ ਇਹਨਾਂ ਦੇ ਨਾਲ ਗੁਰੂ ਸ਼ਬਦ ਜੁੜ ਗਿਆ, ਇਹਨਾਂ ਨੂੰ ਜੁਗੋ ਜੁਗ ਅਟਲ ਕਹਿ ਦਿੱਤਾ, ਇਹਨਾਂ ਨੂੰ ਚਵਰ ਛਤਰ ਤਖਤ ਦੇ ਮਾਲਕ ਕਹਿ ਦਿੱਤਾ। ਇਸ ਗ੍ਰੰਥ ਵਿੱਚ ਕਿਸੇ ਦੇ ਧਰਮ ਦੀ ਆਲੋਚਨਾ ਨਹੀਂ, ਕਿਸੇ ਧਰਮ ਦੀ ਨਿੰਦਿਆ ਨਹੀਂ, ਉਦਾਹਰਨਾਂ ਜ਼ਰੂਰ ਦਿੱਤੀਆਂ ਗਈਆਂ। ਇੱਥੇ ਤਾਂ ਕਿਸੇ ਜਾਤ ਪਾਤ ਦਾ ਕੋਈ ਵਿਤਕਰਾ ਨਹੀਂ ਹੈ, ਕਿਸੇ ਧਰਮ ਦਾ ਕੋਈ ਵਿਤਕਰਾ ਨਹੀਂ ਹੈ, ਕਿਸੇ ਧਰਮ ਦਾ ਕਿਸੇ ਜਾਤ ਦਾ ਬੰਦਾ ਆਵੇ ਪੜ੍ਹੇ ਕੋਈ ਪਰਵਾਹ ਨਹੀਂ, ਕੋਈ ਗੱਲ ਨਹੀਂ। ਕੋਈ ਗਾਵੇ ਉਹ ਸੁਣੇ, ਹਰ ਨਾਮਾ ਚਿਤ ਲਾਏ। ਇੱਥੇ ਕੋਈ ਜਾਤ ਪਾਤ ਵਰਨ ਦੀ ਗੱਲ ਨਹੀਂ ਹੈ। ਇਹ ਬਾਣੀ ਜਿਵੇਂ ਪਾਣੀ ਸਭ ਦੀ ਪਿਆਸ ਬੁਝਾਉਂਦਾ ਹੈ, ਉਹ ਜਾਤ ਉਹ ਧਰਮ ਨਹੀਂ ਪੁੱਛਦਾ, ਮਜ਼ਹਬ ਨਹੀਂ ਪੁੱਛਦਾ। ਤੇ ਬਾਣੀ ਦਾ ਵੀ ਇਹੀ ਧਰਮ ਹੈ, ਜਿਹੜਾ ਵੀ ਇਸ ਅੰਮ੍ਰਿਤ ਬਾਣੀ ਨੂੰ ਪੀ ਲਏਗਾ ਇਹਨੇ ਸਭ ਦੀ ਆਤਮਿਕ ਪਿਆਸ ਬੁਝਾ ਦੇਣੀ। ਕੋਈ ਹਿੰਦੂ ਵੀਰ ਪੜ੍ਹ ਲਏ, ਕੋਈ ਮੁਸਲਮਾਨ ਵੀਰ ਪੜ੍ਹ ਲਏ, ਕੋਈ ਈਸਾਈ ਪੜ੍ਹ ਲਏ, ਕੋਈ ਜੈਨੀ, ਕੋਈ ਬੋਧੀ ਪੜ੍ਹ ਲਏ। ਪਿੱਛੇ ਜੇ ਕਿਸੇ ਨੇ ਬੜਾ ਸਰਵੇ ਕਰਕੇ ਦੱਸਿਆ ਕਿ ਤਿੱਬਤੀ ਲੋਕ ਜਪਜੀ ਸਾਹਿਬ ਦਾ ਪਾਠ ਬਹੁਤ ਕਰਦੇ ਆ, ਚਾਈਨੀਜ਼ ਲੋਕ ਜਪਜੀ ਸਾਹਿਬ ਦਾ ਪਾਠ ਬਹੁਤ ਕਰਦੇ ਆ, ਜਾਪਾਨ ਦੇ ਲੋਕ ਜਪਜੀ ਸਾਹਿਬ ਦਾ, ਜਿਹੜੇ ਉੱਥੋਂ ਦੇ ਮੂਲ ਨਿਵਾਸੀ ਆ, ਉਹ ਜਪਜੀ ਸਾਹਿਬ ਨੂੰ ਪੜ੍ਹਦੇ ਆ। ਪਾਕਿਸਤਾਨ ਦੇ ਲਹਿੰਦੇ ਪੰਜਾਬ ਵਿੱਚ ਬੜੇ ਲੋਕ ਆ ਜਿਹੜੇ ਜਪਜੀ ਸਾਹਿਬ, ਸੁਖਮਨੀ ਸਾਹਿਬ ਉਹਨਾਂ ਦਾ ਨਿਤਨੇਮ ਹੈ। ਦਾਸ ਨੂੰ ਵੀ ਇੱਥੇ ਕਈ ਹਿੰਦੂ ਵੀਰਾਂ ਦੇ ਘਰਾਂ 'ਚ ਜਾਣ ਦਾ ਮੌਕਾ ਮਿਲਦਾ ਤੇ ਉਹਨਾਂ ਨੂੰ ਹੈਰਾਨ ਹੋ ਜਾਈਦਾ ਜਦੋਂ ਦੱਸਦੇ ਆ ਜੀ ਮੈਂ ਸਵੇਰੇ ਉੱਠ ਕੇ ਪਹਿਲਾਂ 15-20 ਮਿੰਟ ਮੂਲ ਮੰਤਰ ਦਾ ਅਭਿਆਸ, ਗੁਰ ਮੰਤਰ ਦਾ ਅਭਿਆਸ, ਫਿਰ ਜਪਜੀ ਸਾਹਿਬ, ਫਿਰ ਸੁਖਮਨੀ ਸਾਹਿਬ ਪੜ੍ਹਦਾ, ਫੇਰ ਚਾਹ ਪੀਣਾ। ਕਿੱਥੇ ਵਿਤਕਰਾ ਰਹਿ ਗਿਆ? ਇੱਥੇ ਤਾਂ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਥੇ ਕੋਈ ਭਲਾ ਕੋਈ ਮੰਦਾ ਨਹੀਂ। ਮਾਰੇ ਕਹਿੰਦੇ ਏਕ ਪਿਤਾ ਇੱਕ ਇਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਰਿਆਂ ਨੂੰ ਐਡਾ ਵਿਸ਼ਾਲ ਦਾਇਰਾ ਸਿੱਖੀ ਦਾ, ਐਡੀਆਂ ਵਿਸ਼ਾਲ ਬਾਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ, ਜਿਹੜਾ ਵੀ ਇਸ ਘਰ ਵਿੱਚ ਆਵੇ ਸਾਰਿਆਂ ਨੂੰ ਆਪਣੇ ਬੁੱਕਲ 'ਚ ਲੈ ਲੈਂਦੇ ਆ। ਦਰਬਾਰ ਸਾਹਿਬ ਦੇ 4 ਦਰਵਾਜ਼ੇ ਇਸੇ ਕਰਕੇ ਤਾਂ ਹੈ, ਰਸਤਾ ਇੱਕੋ ਹੀ ਹੈ। ਇੱਕ ਰਸਤੇ ਦਾ ਮਤਲਬ ਹੀ ਜੁੜਨਾ ਇੱਕ ਨਾਲ ਹੈ। ਜਿਹੜੇ ਮਰਜ਼ੀ ਧਰਮ, ਜਿਹੜੇ 4 ਦਿਸ਼ਾਵਾਂ ਨੇ ਤੇ ਉਸ ਵੇਲੇ 4 ਹੀ ਧਰਮ ਨੇ ਪ੍ਰਸਿੱਧ, ਖੱਤਰੀ, ਬ੍ਰਾਹਮਣ, ਸੂਦ, ਵੈਸ, 4 ਇਹ ਵਰਨ ਵੰਡ ਵਿੱਚੋਂ ਵੀ 4 ਆ ਗਏ। ਚਾਰੇ ਵਰਨਾਂ ਦੇ, ਚਾਰੇ ਦਿਸ਼ਾਵਾਂ ਦੇ, ਜਿੱਧਰੋਂ ਮਰਜ਼ੀ ਆ ਜਾ, ਪਰ ਜੁੜੀ ਇੱਕ ਨਾਲ ਆਉਣ ਦਾ ਰਸਤਾ ਇੱਕੋ ਹੀ ਹੈ। ਕੱਲ ਕਿਤੇ ਨਾ ਸੋਚੀ ਮੇਰੀ ਜਾਤ ਉੱਚੀ ਹੈ, ਮੇਰੇ ਲਈ ਰਸਤਾ ਵੱਖਰਾ ਬਣਾਓ, ਇਹ ਨੀਵੀਂ ਜਾਤ ਵਾਲਿਆਂ ਦਾ ਰਸਤਾ ਵੱਖਰਾ ਬਣਾਓ। ਇੱਕੋ ਲੰਗਰ ਹੈ, ਇੱਕੋ ਸੰਗਤ ਹੈ, ਇੱਕ ਪੰਗਤ ਹੈ, ਇੱਕ ਸਰੋਵਰ ਹੈ, ਇੱਕ ਬਾਣੀ ਹੈ, ਸਿਧਾਂਤ ਵੀ ਇੱਕ ਹੈ। ਕੋਈ ਕਿਸੇ ਨਾਲ ਊਚ ਨੀਚ ਭੇਦਭਾਵ ਦੀ ਗੱਲ ਹੀ ਨਹੀਂ। ਏਕਾ ਬਾਣੀ, ਇੱਕ ਗੁਰ, ਇੱਕੋ ਸ਼ਬਦ ਵਿਚਾਰ। ਇਹ ਗੁਰੂ ਗ੍ਰੰਥ ਸਾਹਿਬ ਮੈਂ ਤਾਂ ਬੇਨਤੀ ਯਾਰ ਸਰਵੋਤਮ ਕਿਉਂ, ਅੱਗੇ ਚੱਲ ਕੇ ਮੈਂ ਫਿਰ ਬੇਨਤੀ ਕਰਾਂਗਾ। ਇਸ ਹਿੰਦੁਸਤਾਨ ਦੇਸ਼ ਵਿੱਚ 4 ਵੇਦ ਲਿਖੇ ਗਏ, ਉਚਾਰੇ ਵੀ ਗਏ ਤੇ ਲਿਖੇ ਵੀ ਗਏ, ਪਰ ਇਹਨਾਂ ਵਿੱਚ ਫਰਕ ਕੀ ਹੈ? ਰਿਗ ਵੇਦ ਹੈ, ਜਜੁਰ ਵੇਦ ਹੈ, ਸਾਮ ਵੇਦ ਹੈ, ਅਥਰਵਣ ਵੇਦ ਹੈ। ਸਭ ਤੋਂ ਪਹਿਲਾਂ ਰਿਗ ਵੇਦ ਹੈ, ਬੇਹੱਦ ਸਤਿਕਾਰਯੋਗ ਬ੍ਰਹਮਾ ਜੀ ਦੀ ਪਾਵਨ ਰਸਨਾ ਤੋਂ ਇਹ ਉਚਾਰੇ ਗਏ ਆ ਚਾਰੇ ਵੇਦ। ਪਰ ਉਹਨਾਂ ਦੇ ਸਰੀਰ ਕਾਲ ਵਿੱਚ ਜਾਣ ਤੋਂ 4000 ਸਾਲ ਬਾਅਦ ਇਹ ਲਿਖਤ ਵਿੱਚ ਆਏ। ਕਿੰਨਾ ਫਰਕ ਹੈ, ਸਮੇਂ ਦਾ ਬਹੁਤਾ ਫਰਕ ਪੈ ਗਿਆ। ਇਹ 4 ਵੇਦ ਜਿਹੜੇ ਆ, ਵੇਦ ਦਾ ਅਰਥ ਵੈਸੇ ਗਿਆਨ ਹੁੰਦਾ ਹੈ। ਵੇਦ ਹਥਿਆਰ ਜਪਜੀ ਸਾਹਿਬ ਵਿੱਚ ਵੀ ਅਸੀਂ ਪੜ੍ਹਿਆ ਤੇ ਮਹਾਰਾਜ ਸਾਹਿਬ ਕਹਿੰਦੇ ਆ ਇਹ ਗਿਆਨ ਜਿਹੜਾ ਲੋਕ ਨਾ ਪਹਿਲਾਂ ਜਿਨ੍ਹਾਂ ਕੋਲੇ ਗਿਆਨ ਹੁੰਦਾ ਸੀ ਉਹਨਾਂ ਦੇ ਸਾਹਮਣੇ ਬੈਠ ਕੇ ਸੁਣਦੇ ਤੇ ਉਹਨੂੰ ਜਵਾਨੀ ਯਾਦ ਕਰ ਲੈਂਦੇ, ਉਹ ਗਾਹਾਂ ਫਿਰ ਹੋਰਾਂ ਨੂੰ ਸੁਣਾਉਂਦੇ। ਤੇ ਉਦੋਂ ਅੱਜ ਵਰਗਾ ਜਿਹੜੇ ਖਾਣੇ ਦਾਣੇ ਨਹੀਂ ਸੀ, ਅੱਜ ਵਰਗਾ ਵਾਤਾਵਰਨ ਮਾਹੌਲ ਨਹੀਂ ਸੀ, ਜੋ ਸੁਣਦੇ ਸੀ ਉਹ ਯਾਦ ਰਹਿ ਜਾਂਦਾ ਸੀ। ਅੱਜ ਵੀ ਤੁਸੀਂ ਬਜ਼ੁਰਗਾਂ ਕੋਲੋਂ ਕਦੇ ਬੈਠੇ ਹੋ, ਤੁਹਾਨੂੰ 47 ਤੋਂ ਪਹਿਲਾਂ ਦੀਆਂ ਗੱਲਾਂ ਸੁਣਾਈ ਜਾਂਦੇ ਆ ਤੇ ਆਪਾਂ ਨੂੰ ਤਾਂ ਪਰਸੋਂ ਦੀ ਸ਼ਾਮ ਦੀ ਰੋਟੀ ਖਾਧੀ ਯਾਦ ਨਹੀਂ ਵੀ ਕਾਹਦੇ ਨਾਲ ਖਾਧੀ, ਕਿੱਥੇ ਗਏ, ਕਿੱਥੇ ਆਏ, ਕੌਣ ਆਇਆ, ਉਹਨੇ ਕੀ ਕਿਹਾ, ਚੇਤੇ ਨਹੀਂ ਰਹਿੰਦਾ। ਉਹਨਾਂ ਨੂੰ 47 ਤੋਂ ਪਹਿਲਾਂ ਦੀਆਂ ਗੱਲਾਂ ਯਾਦ ਆ, ਕਿਉਂਕਿ ਉਦੋਂ ਬੜੇ ਕੋਰੇ ਜਿਹੇ ਕਾਗਜ਼ ਦੀ ਤਰ੍ਹਾਂ ਮਨ ਹੁੰਦੇ ਸੀ, ਜੋ ਕਿਸੇ ਤੋਂ ਸੁਣ ਲਿਆ ਉਹ ਲਿਖਿਆ ਜਾਂਦਾ ਸੀ। ਤੇ ਜਿਨ੍ਹਾਂ ਨੇ ਉਹਨਾਂ ਸਮਿਆਂ 'ਚ ਬਜ਼ੁਰਗਾਂ ਕੋਲੋਂ ਜਨਮ ਸਾਖੀਆਂ ਸੁਣੀਆਂ, ਸ਼੍ਰੀਮਦ ਭਾਗਵਤ ਗੀਤਾ ਸੁਣੀ, ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥਾਂ ਦੇ ਬੋਲ ਸੁਣੇ, ਜਿਹਨੇ ਸੁਣੇ ਉਹਨੂੰ ਯਾਦ ਰਹਿ ਜਾਂਦੇ ਸੀ, ਕਈ ਸਾਲ ਯਾਦ ਰਹਿਣੇ। ਤੇ ਉਹ ਗਾਂ ਦੀ ਗਾਂ ਪ੍ਰਣਾਲੀ ਜਿਹੜੀ ਆ ਉਹ ਚੱਲਦੀ ਜਿਹੜੀ ਜਾਂਦੀ, ਤੇ ਇਹ ਸੈਂਕੜੇ ਹਜ਼ਾਰਾਂ ਸਾਲਾਂ ਬਾਅਦ ਇਹ ਹੋਂਦ ਵਿੱਚ ਆਏ। ਜੋ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਜਿਹੜੀ ਗੱਲ ਜ਼ੁਬਾਨੀ ਕਹੀ ਹੋਵੇ ਨਾ, ਉਹਦੇ ਤੇ ਇਹ ਯਕੀਨ ਕਰਨਾ ਔਖਾ ਹੋ ਜਾਂਦਾ ਵੀ ਹੂ ਬਹੂ ਗੱਲ ਉਵੇਂ ਹੀ ਆ ਜਿਵੇਂ ਇਹ ਸੁਣ ਕੇ ਆਇਆ।
ਤੁਹਾਨੂੰ ਕੋਈ ਇੱਕ ਸੁਨੇਹਾ ਕਿਸੇ ਨੂੰ ਆਪਾਂ ਕਹਿ ਦਈਏ ਵੀ ਆ ਫਲਾਨਾ ਸੁਨੇਹਾ ਫਲਾਣੇ ਬੰਦੇ ਨੂੰ ਦੇ ਦੇਈ, ਜੇ ਉਸ ਗੱਲ ਨੂੰ 10 ਦਿਨ ਲੰਘ ਜਾਣ, 10ਵੇਂ ਦਿਨ ਵੀ ਉਹ ਕਿਸੇ ਹੋਰ ਨੂੰ ਸੁਨੇਹਾ ਲਾਇਆ ਵੀ ਭਾਈ ਮੈਂ ਭੁੱਲ ਗਿਆ ਸੀ ਆਹ ਗੱਲ, ਤੁਸੀਂ ਫਲਾਨਾ ਜਦੋਂ ਘਰ ਚ ਆਵੇ ਉਹਨੂੰ ਕਹਿ ਦਿਓ, ਗਾਂ ਉਹ ਵੀ 10 ਦਿਨ ਭੁੱਲ ਜਾਏ ਤੇ ਉਹਨੂੰ ਕਿਤੇ ਜਾਣਾ ਪੈ ਜਾਏ, ਉਹ ਘਰ ਦੇ ਕਿਸੇ ਹੋਰ ਬੰਦੇ ਨੂੰ ਕਹਿ ਦੇ। ਹੁਣ ਗੱਲ 10 ਜਾਣਿਆਂ ਵਿੱਚ ਦੀ ਹੋ ਕੇ ਆਈ, ਕਿਵੇਂ ਕਹਿ ਸਕਦੇ ਆ ਵੀ ਗੱਲ ਉਵੇਂ ਹੀ ਰਹਿ ਗਈ ਹੋਏਗੀ ਜਿਵੇਂ ਕਹੀ ਆ। ਹਾਂ, ਲਿਖਤ ਰੂਪ ਵਿੱਚ ਕਿਸੇ ਨੂੰ ਕੋਈ ਤੁਸੀਂ ਸੁਨੇਹਾ ਦਿਓ, ਭਾਵੇਂ ਸਾਲ ਬਾਅਦ ਕੋਈ ਉਹ ਚਿੱਠੀ ਫੜਾਵੇ, 2 ਸਾਲਾਂ ਬਾਅਦ ਕੋਈ ਚਿੱਠੀ ਫੜਾਵੇ, ਉਹਦੇ ਬੋਲ ਉਵੇਂ ਹੀ ਰਹਿੰਦੇ ਆ ਜਿਵੇਂ ਕਿਸੇ ਨੇ ਲਿਖ ਕੇ ਦਿੱਤੇ ਆ, ਉਹ ਬਦਲਦੇ ਨਹੀਂ, ਜਿੰਨਾ ਮਰਜ਼ੀ ਸਮਾਂ ਲੰਘ ਜਾਏ। वेद आए लेकिन उच्चारण तो कई सौ साल बाद लिखे गए। आप मैं अज बेनती कर रहा, आवो सिख सतगुर के प्यारियो, गावो सच्ची बाणी। बाणी तो गावो लेकिन सच्ची, क्योंकि गुरु नानक साहब की जो बाणी पढ़ोगे ਉਹਦੇ ਵਿੱਚ ਤੁਹਾਨੂੰ ਕੱਚੀ ਸੱਚੀ ਬਾਣੀ ਦਾ ਜ਼ਿਕਰ ਨਹੀਂ ਆਉਂਦਾ। ਗੁਰੂ ਅੰਗਦ ਦੇਵ ਮਹਾਰਾਜ ਦੀ ਬਾਣੀ ਪੜੋਗੇ, ਕੱਚੀ ਸੱਚੀ ਬਾਣੀ ਦਾ ਜ਼ਿਕਰ ਨਹੀਂ। ਤੀਜੇ ਪਾਤਸ਼ਾਹ ਵੇਲੇ ਆਇਆ, ਕਿਉਂਕਿ ਉਦੋਂ ਕੱਚੀ ਬਾਣੀ ਲੋਕ ਇਸ ਬਾਣੀ ਦੀ ਤਰਜ਼ ਤੇ ਗਾਉਣ ਲੱਗ ਪਏ। ਉਦੋਂ ਮਹਾਰਾਜ ਨੇ ਬਾਣੀ ਵੀ ਕਿਹਾ, ਸੱਚੀ ਵੀ ਕਿਹਾ। ਜਦੋਂ ਦੇਹਧਾਰੀ ਗੁਰੂ ਡੰਮ ਜਦੋਂ ਇਹ ਬਰਾਬਰ ਚੱਲਦਾ ਰਿਹਾ, ਫਿਰ ਗੁਰੂ ਵੀ ਕਿਹਾ, ਪੂਰਾ ਵੀ ਕਿਹਾ ਨਾਲ ਵੀ, ਗੁਰੂ ਹੋਵੇ ਪੂਰਾ ਹੋਵੇ, ਬਾਣੀ ਹੋਵੇ ਸੱਚੀ ਹੋਵੇ। तो पातशाह जब महात्मा बुद्ध, फिर अगली गल मैं सिर्फ संक्षेप बेनती कर रहा, क्योंकि सच्ची बाणी, साची बाणी, धुरकी बाणी, अकाली बाणी, इलाही बाणी, उस बाणी का जिक्र कर रहा। अज गुरु अमरदास महाराज ने सदा दिता है सानू, पिछे भी आया सी, आवो संत प्यारियो कथ की करे कहानी, उदों भी सदा दिता ते अज भी सदा। मैं पहले दिन ही कहा सी, इस बाणी च गुरु अमरदास ने सदे पत्र बहुत दिते, बड़ी वार सद मारी है सब, अज भी प्यार नाल बुलाया कि आओ भाई बैठो, की करिए। महाराज कहते गावो सच्ची बाणी, सच्ची बाणी का गायन करो, क्योंकि इत्थे बड़े बोल आए, रब के घर तो आए। महात्मा बुद्ध जी आए, उन्होंने काल चलाने तो 6 महीनों बाद एक कौंसल बनी। फिर 450 सन दे विच एक बुद्ध कोश नाम के बंदे ने उन्होंने बोल जिहड़े आ इकट्ठे कीते, लिखे हो जान तो काफी समय बाद, सुन सुन के लिखे भी तू दस भी महात्मा बुद्ध जी की कहते सी। किसी ने होर पूछा, किसी ने होर, जिन्हें जो दसिया ते वो लिखते गए। ते इस तरीके दे नाल उहनूं त्रिपिटक भी कहा जाता बई, 3 जिहदा मतलब है कि 3 पटारियां ज्ञान दियां। इस तरह की उहदी जिवें गुरु ग्रंथ साहिब महाराज का तत्कर है, 31 राग ने, भगत बाणी है, अगे फिर श्लोक 12 ते वधीक ने, भट बाणी है, इदां सरलेख ने। इन्हें त्रिपिटक जिहड़ा उन्हें नाम दिता भी 3 पटारियां विच इहदे ज्ञान पाया होया, 3 हिस्सियां विच, 3 समय इहदी कह लो 3 अध्याय ने ज्ञान दे। फिर पाक पवित्र कुरान शरीफ की गल करिए, हजरत मुहम्मद साहब दे रसना तो 23 साल लगातार 23 साल कुरान शरीफ की जिहड़ी आमद होंदी रही। अल्लाह ताला खुदावंद करीम के घर तो कदे सुपनिया में, सब तो पहला जबराइल जिहड़ा फरिश्ता उहदे राही कदे सुपनिया च, कदे वैसे बैठिया नूं अगम्मी आवाज आउणी, कदे ध्यान विच बैठिया नूं, मैडिटेशन करदियां नूं, रब की याद च बैठिया नूं, जिवें किवें रब दे बोल आउणे वो उचार दे गए। 6666 आयतां ने कुरान शरीफ दियां, जिवें असीं शब्द कहने आयत कहते हैं, 114 इहदियां सूरतां ने। चलो मैं बहुता होर डूंघाई विच नहीं जाना, मैं इन्नी बेनती करनी आ, हजरत मुहम्मद साहब दे जाण तो इन्हां विच खलीफे, जिवें साडे जथेदार 88 खलीफे होए इस्लाम विच। दस्तगीर पीर जिन्हों गुरु नानक साहब मिलते हैं बगदाद, वो भी खलीफा है। खलीफा एक बड़ा उच्चा रुतबा है, जिवें साडे धर्म च जथेदार का रुतबा है, चाहे वह किसी भी ताकत का हो। अबू बकर नाम के खलीफे ने हजरत मुहम्मद साहब के जान तो कई अरसे सदियां बाद उन्हों की कुरान मजीद के जिहड़े बोल, मैं पहले ही कहा कि अगे लोग ज्ञान बैठ के सुनते सी, याद रह जाता सी, फिर किसी को सुन सुन के जिवें आया लिख दिता। तो जिवें जिवें उन्होंने समझ आती गई उस तरह वो लिखते गए। तो इस तरह ही फिर जे असीं श्रीमद भगवत गीता की गल करिए, भगवान कृष्ण महाराज की रचना ते ये बोल आए। सब तो पहला वाल्मीकि जी ने गीता नूं लिखिया, चलो नीवीं जात करके नहीं किसी ने तरजीह दी। फिर जिहड़ी आ तुलसीदास जी तो लिखाई गई, उस गीता का धार्मिक स्थानां ते प्रकाश होया ते पढ़ी जान लगी, पर उन्होंने भी जान तो कई साल बाद।
ਉਹਨਾਂ ਦੀ ਹਯਾਤੀ ਵਿੱਚ ਨਹੀਂ ਲਿਖਿਆ ਗਿਆ, ਨਾ ਹੀ ਉਹਨਾਂ ਨੇ ਬੈਠ ਕੇ ਲਿਖਾਇਆ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਆ ਤੇ ਫਿਰ ਬਾਈਬਲ ਪ੍ਰਭੂ ਈਸਾ ਮਸੀਹ ਦੇ ਬਚਨ ਨੇ, ਉਹਨਾਂ ਦੀ ਰਚਨਾ ਤੋਂ ਆਉਂਦੇ ਗਏ, ਬੋਲ ਲਿਖਦੇ ਗਏ, ਤੇ ਪਰ ਉਹਨਾਂ ਦੀ ਵੀ ਜਾਣ ਤੋਂ ਕਾਫੀ ਲੰਬਾ ਸਮਾਂ ਬਾਅਦ ਜਿਹੜੀ ਬਾਈਬਲ ਲਿਖੀ ਗਈ, ਲਿਖਦਿਆਂ ਆਪਸ ਵਿੱਚ ਜਿਹੜਾ ਤਕਰਾਰ ਹੋ ਗਿਆ। ਕੋਈ ਕਹਿੰਦਾ ਨਹੀਂ ਏਦਾਂ ਨਹੀਂ, ਕੋਈ ਕਹਿੰਦਾ ਐਵੇਂ ਲਿਖੋ। ਫਿਰ ਇਹਦੇ ਵਿੱਚ ਦੋ ਹਿੱਸੇ ਬਣ ਗਏ, ਇੱਕ ਓਲਡ ਟੈਸਟਾਮੈਂਟ, ਇੱਕ ਨਿਊ ਟੈਸਟਾਮੈਂਟ। ਬਾਈਬਲ ਦੋ ਹਿੱਸਿਆਂ ਚ ਹੈ। ਇਹ ਵਖਰੇਵੇਂ ਤਾਂ ਹੀ ਪਏ, ਉਚਾਰਨ ਵਾਲਿਆਂ ਸ਼ਰੀਰ ਕਰਕੇ ਚਲੇ ਗਏ, ਤੇ ਉਹਨਾਂ ਤੋਂ ਸਦੀਆਂ ਬਾਅਦ ਇਹ ਬੋਲ, ਕਿਸੇ ਦੇ 200 ਸਾਲ ਬਾਅਦ, ਕਿਸੇ ਦੇ 400 ਸਾਲ ਬਾਅਦ ਜਾਣ ਤੋਂ ਇਹ ਜਿਹੜੇ ਬੋਲ ਆ ਹੋਂਦ ਵਿੱਚ ਆਏ। ਇਸ ਕਰਕੇ ਇਹ ਜਿਹੜੇ ਵਖਰੇਵੇਂ ਪੈ ਗਏ। ਆਓ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਪਰਸੀਏ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ 1469 ਕੱਤਕ ਦੀ ਪੂਰਨਮਾਸ਼ੀ ਨੂੰ ਆਉਂਦੇ ਆ। ਪਹਿਲੇ ਦਿਨ ਤੋਂ ਗੁਰੂ ਨੇ 5 ਸਾਲ ਦੀ ਉਮਰ ਵਿੱਚ ਬਾਣੀ ਉਚਾਰਨ ਲੱਗ ਪਏ। 4 ਉਦਾਸੀਆਂ ਕੀਤੀਆਂ, ਭਾਈ ਮਰਦਾਨਾ ਜੀ ਨਾਲ ਨੇ, ਭਾਈ ਬਾਲਾ ਜੀ ਨਾਲ ਨੇ। ਸਤਿਗੁਰੂ ਜਿੱਥੇ ਵੀ ਜਾਂਦੇ ਆ, ਭਾਵੇਂ ਕੋੜੀਆਂ ਨੂੰ ਮਿਲੇ, ਠੱਗਾਂ ਨੂੰ ਮਿਲੇ, ਚੋਰਾਂ ਨੂੰ ਮਿਲੇ, ਸੰਤਾਂ ਨੂੰ ਮਿਲੇ, ਜਾਦੂਗਰਾਂ ਨੂੰ ਮਿਲੇ, ਬਲੀ ਕੰਧਾਰੀਆਂ ਨੂੰ ਮਿਲੇ, ਬਾਬਰ ਨੂੰ ਮਿਲੇ, ਜਿਹਨੂੰ ਵੀ ਮਿਲੇ, ਭਾਈ ਗੁਰਦਾਸ ਸਾਹਿਬ ਨੇ ਕਹਿ ਦਿੱਤਾ, ਆਸਾ ਹੱਥ ਕਿਤਾਬ ਕੱਚ, ਕੂਜਾ ਵਾਂਗ ਮਸੱਲਾ ਧਾਰੀ। ਹੱਥ ਵਿੱਚ ਡੰਡਾ ਸ਼ਸਤਰ ਵੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਚੱਲਦਾ ਆ ਰਿਹਾ, ਤੇ ਉਹਨਾਂ ਦੇ ਕੱਚ ਵਿੱਚ ਕਿਤਾਬ, ਅਸੀਂ ਪੋਥੀ ਸਾਹਿਬ ਕਹਿੰਦੇ ਆ, ਲੇਕਿਨ ਭਾਈ ਗੁਰਦਾਸ ਸਾਹਿਬ ਨੇ ਕਿਤਾਬ ਕਹੀ ਹੈ, ਕਿਉਂਕਿ ਇਸਲਾਮ ਵਿੱਚ ਕਿਤਾਬ ਕਿਹਾ ਜਾਂਦਾ ਹੈ। ਤਾਂ ਉਸ ਵੇਲੇ ਤੇ ਸਤਿਗੁਰੂ ਜਦੋਂ ਮੱਕੇ ਜਾਂਦੇ ਆ, ਉੱਥੇ ਵੀ ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾ ਇਕੱਠੇ ਹੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕਿ ਮੁਸਲਮਾਨ ਹੋਈ। ਬਾਬਾ ਤਾਂ ਜਿਹੜੀ ਕੱਚ ਚ ਕਿਤਾਬ ਹੈ, ਇਹ ਖੋਲ ਕੇ ਪੜ੍ਹ ਕੇ ਦੱਸ, ਹਿੰਦੂ ਵੱਡਾ ਕਿ ਮੁਸਲਮਾਨ ਵੱਡਾ ਹੈ। ਇਹ ਪੋਥੀ ਆ ਬਾਣੀ ਦੀ, ਜਿਹੜੀ ਜਿੱਥੇ ਮਹਾਰਾਜ ਜਾ ਰਹੇ ਆ, ਬਾਣੀ ਉਚਾਰਦੇ ਆ, ਗਾਉਂਦੇ ਆ, ਫਿਰ ਲਿਖਦੇ ਆ। ਉਸੇ ਵੇਲੇ ਲਿਖਿਆ ਜਾਂਦਾ ਉਸ ਬਾਣੀ ਨੂੰ। ਇਹ ਨਹੀਂ ਵੀ ਮੈਂ ਉਚਾਰ ਦਿੱਤੀ, ਭਾਈ ਮਰਦਾਨੇ ਨਾਲ ਰਲ ਕੇ ਗਾ ਦਿੱਤੀ ਤੇ ਗੱਲ ਖਤਮ ਹੋ ਗਈ। ਨਹੀਂ, ਇੱਕ ਇੱਕ ਅੱਖਰ ਗੁਰੂ ਨਾਨਕ ਸਾਹਿਬ ਨੇ ਆਪਣੇ ਹੱਥਾਂ ਨਾਲ ਲਿਖਿਆ। ਕਿੱਡੀ ਜ਼ਿੰਮੇਵਾਰੀ ਵਾਲਾ ਕੰਮ ਕੀਤਾ, ਕਿੱਡੀ ਜ਼ਿੰਮੇਵਾਰੀ ਮਹਾਰਾਜ ਨੇ ਨਿਭਾਇਆ। ਪਤਾ ਸੀ ਭਾਸ਼ਾ ਨੂੰ ਆਉਣ ਵਾਲੇ ਸਮੇਂ ਦਾ, ਕਿ ਇਸ ਸੱਚੀ ਬਾਣੀ ਵਿੱਚ ਕੱਚੀ ਬਾਣੀ ਦਾ ਰੱਲਾ ਪਾਉਣ ਦਾ ਕੋਸ਼ਿਸ਼, ਯਤਨ ਕੀਤੇ ਜਾਣਗੇ। ਇਸ ਬਾਣੀ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਚ ਮਿਲਾਵਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਇਸ ਲਈ ਇਹ ਕੰਮ ਕਿਸੇ ਤੇ ਨਹੀਂ ਛੱਡਿਆ। ਆਪ ਹੀ ਬਾਣੀ ਨੂੰ ਉਚਾਰਿਆ, ਆਪ ਹੀ ਗਾਇਆ, ਰਾਗ ਦੀ ਤਰਤੀਬ ਆਪ ਦਿੱਤੀ, ਵਿਸ਼ਰਾਮ ਆਪ ਲਾਏ, ਸਿਹਾਰੀ ਬਿਆਰੀ ਆਪ ਲਾਈ, ਤੇ ਆਪ ਹੀ ਲਿਖਿਆ। ਆਪ ਹੀ ਗੁਰੂ ਨਾਨਕ ਸਾਹਿਬ ਨੇ ਲਿਖਿਆ। 985 ਦੇ ਕਰੀਬ ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ 19 ਰਾਗਾਂ ਚ, ਪੋਥੀ ਬਣ ਗਈ। ਤੇ ਉਸੇ ਪੋਥੀ ਨੂੰ ਕਹਿ ਰਹੇ ਆ ਵੀ ਖੋਲ ਕੇ ਦੱਸੋ ਮੱਕੇ ਦੇ ਕਾਜੀ ਮਲਾਣੇ, ਕਿ ਹਿੰਦੂ ਵੱਡਾ ਮੁਸਲਮਾਨ, ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋ ਦੋਨੋਂ ਰੋਈ। ਭਾਈ ਜਿਹਦੇ ਕੋਲੇ ਚੰਗੇ ਕਰਮ ਨਹੀਂ ਨਾ ਹੋਣਗੇ, ਭਾਵੇਂ ਹਿੰਦੂ ਹੈ ਮੁਸਲਮਾਨ, ਦੋਵੇਂ ਰੋਣਗੇ। ਗੱਲ ਕਰਮਾਂ ਦੀ ਆ, ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਚੰਗੇ ਮਾੜੇ ਕਰਮਾਂ ਕਰਕੇ ਬੰਦਾ ਰੱਬ ਦੇ ਨੇੜੇ ਦੂਰ ਹੈ। ਕਰਮੀ ਕਰਮੀ ਹੋਏ ਵਿਚਾਰ ਸੱਚਾ, ਆਪ ਸੱਚਾ ਦਰਬਾਰ। ਮਹਾਰਾਜ ਸਾਹਿਬ ਨੇ ਤਾਂ ਵੀ ਕਹਿ ਦਿੱਤਾ, ਦੱਦਾ ਦੋਸ਼ ਨਾ ਦਿਓ ਕਿਸੈ ਦੋਸ਼ ਕਰਮਾ, ਆਪਣਿਆ ਜੋ ਮੈਂ ਕੀਆ ਸੋ ਮੈਂ ਪਾਇਆ। ਦੋਸ਼ ਨਾ ਦੀਜਿਆ ਵਰਜਨਾ, ਜੋ ਮੈਂ ਕੀਤਾ ਮੈਂ ਪਾ ਲਿਆ, ਦੋਸ਼ ਕਿਹਨੂੰ ਦੇਣਾ। तो पातशाह ने 4 उदासियां दौरान एक बड़ा परोपकार किया। हुण तख्त ते कौन आ रहा, थाप्यो लैना जीवदा। धन गुरु अंगद देव पातशाह और गुरु नानक साहब का एक बड़ा परोपकार होर होया। 1507 विच पहली उदासी शुरू होंदी है सुल्तानपुर तो। 1510 विच गुरु नानक साहब पहली उदासी दौरान बनारस जाते हैं, 2 भगतां नूं मिलदे आ। श्रोमणी भगत भगत रविदास महाराज, श्रोमणी भगत भगत कबीर महाराज, दोनों नूं मिलदे आ। दोनों दे बोल सुनदे आ। 7 दिन ज्ञानी ज्ञान सिंह ने 7 दिन 7 रातां उन्हां कोल रहे महाराज उत्ते। पातशाह ने जो वेख्या भी तुहाडी नीवीं जात दा तुहानूं नतीजा सिट्टा की भुगतना पै रहा, पातशाह कहंदे आऊं करो, ये बोल मैनूं दे दिओ। जिवें तुहाडे शरीर ते इन्ने जुल्म हो रहे आ, मैनूं लगदा तुहाडे बोल इन्हां दे रहण नहीं देणे। बड़े भगत होणगे जिन्हां दी भगती बहुत होएगी। धन गुरु नानक देव पातशाह नाल संपर्क नहीं होया, उन्हां दे शरीर भी गए ते बोल भी गए। बाबा फरीद साहब दे बोल जिहड़े गुरु ग्रंथ साहब महाराज दे विच आ ना, अज भी पाक पटन बाबा फरीद साहब दी जिहड़ी ओह ठेरी है, जिहड़ा स्थान है, उत्थे भी नहीं है बोल। अज भी ये गुरु नानक साहब दा परोपकार है। जा जाके भगतां तो भगत बाणी इकट्ठी की और उन्हां लोकां दी जिन्हां तो उस वेले परछावियां तो नफरत की जा रही है। रविदास महाराज की जात तो नफरत,
परछावे तो नफरत, कोई बैठन नूं कोल खड़न नूं कोई तैयार ही नहीं। पर जो हर का प्यारा सो सबना का प्यारा, बस जिहदे अंदर नाम दा दीवा जग पिया। राणी झाला, राणी मीराबाई, वड्डे वड्डे जिहड़े वड्डे उच्च घराणे रजवाड़ियां दे घराणियां विचों आके भी भगत रविदास जी नूं पुछया, सानू ओ रास्ता दस दिओ जिहड़े रास्ते ते तुसीं चल के रब नूं पालिया। गए हो तां महाराज साहब ने परोपकार किया, भगत बाणी भी इकट्ठी की। चलो अज गुरु अंगद देव महाराज गुरता गद्दी ते बैठन लगे, अपने वाली बाणी पोथी भी झोली च पाई, भगत बाणी वाली पोथी भी झोली च पाई। गुरु अंगद देव महाराज का वक्त आया, 63 श्लोक उन्होंने उचारे, 9-12 के नाल लगे हुए श्लोक दे गुरु अंगद देव पातशाह दे। जे 22-12 ने जेड़े श्लोक 22-12 तो वध गए, उन्होंने का एक विशेष मगर जाके एक सिरलेख है, श्लोक 12 ते वधीक जेड़े वधे हुए श्लोक ने 12 तो महाराज साहब ने दर्ज किए हैं। तो गुरु अंगद देव पातशाह ने भी फिर ये जेड़े शब्द अपने 63 श्लोकों की पोथी, हुण 3 पोथियां हो गई, गुरु नानक साहब वाली, गुरु अंगद साहब वाली, भगत बाणी दी गुरु अमरदास पातशाह नूं भी जिउंदे जी अपनी हयाती विच तख्त ते बिठाया ते ये 3 पोथियां उन्हां दी झोली च पा दित्तियां। गुरु अमरदास पातशाह ने 17 रागां च 885 शब्द उचारे, एक पोथी उन्होंने बन गई। 22 साल के करीब गुरता गद्दी च रहे, गुरता गद्दी ते विराजमान रहे। ते जदों सब विद मान्यो मन तब ही भयो प्रसन्न, राज जोग तख्त दीन गुरु नामदास, जदों सतगुर प्रतख होंदा बहराज आप टिकाया। जदों गुरु रामदास पातशाह नूं गुरता गद्दी देन लगे, रामदास सोढी तिलक दिया, राज जोग के तख्त ते बिठाउण लग्या तिलक दिता। पर हुण साडे घर विच तिलक ना चंदन का परवान है ना हल्दी का, काहदा तिलक दिता? गुर शब्द सच निशान जी, शब्द का तिलक। 4 पोथियां गुरु रामदास महाराज की झोली च पा दी। गुरु रामदास पातशाह तख्त ते बैठे, 30 रागां च बाणी, 645 शब्द, एक पोथी और आ गई। 5वें पातशाह नूं गुरता गद्दी देण लग्या, उन्हें 5 पोथियां धन गुरु अर्जन देव महाराज की झोली च पाइया। फिर गुरु अर्जन देव पातशाह के अपने 2312 शब्द हो गए, भगत बाणी के 775 के करीब शब्द हो गए, भट बाणी भी उदों आ गई। उदों फिर इधर मेहरबान जिहड़ा पिरथी चंद का पुत्र है, वो अपने बाप नूं महला 6वां लिखण लग पिया। ओहदी बाणी की तर्ज ते जिहड़ी आ वो बाणी लिखण लग पिया। एक बारी तो यह होया, गुरु अर्जन देव पातशाह दरबार च बैठे आ, रागी कीर्तनीय मेहरबान की बाणी का कीर्तन करके चले गए। बाणी तो चलो नहीं उहदियां सदरां जो ने उचारिया। पातशाह बड़े हैरान भी, मेरे हुंदियां जे आ हालात ने बाद विच की होएगा। बड़े सतगुरु, क्योंकि आ तुसीं विआहां दे कार्डां ते लिखिया पढ़दे ना, सतगुर दाते काज रचाया अपनी मेहर कराई, दासां काज आप सवारे, ये उसकी वडियाई, ये मेहरबान दियां सतरां। सतगुर शब्द तो भुलेखा खा जांदे असीं। नाम खुमारी नानका चढ़ी रहे दिन रात, ये भी बाणी विचों मेहरबान दियां ने। बहुत तुकां जिहड़ियां, क्योंकि नानक आ गया, किते सतगुर आ गया, उन्हें अखीरली तुक ते जिहड़ा नाम नानक वरतिया। किवें समझेगा वो? महला इसे करके 6वें 7वें 8वें पातशाह की बाणी नहीं, क्योंकि उधर पिरथी चंद महला 6वां 7वां 8वां लिख रहे। सतगुरु कहते सिख भुलेखे चला जा, कि दूर अंदेशी होएगी। फिर 5वें पातशाह ने भाई ये 4 साल इस कारज नूं लाए। देखो कुरान शरीफ मुहम्मद साहब के जान तो कई साल बाद, वेद कई हजार साल बाद लिखे गए, भगवत गीता 200 साल बाद लिखी गई, बाइबल 200 साल बाद लिखी गई, महात्मा बुद्ध के बोल बड़ा लंबा समय बाद लिखे गए। पर गुरु नानक साहब ने एक काम किसी ते नहीं छड्डिया, आप उचारे, आप गाए, आप लिखे। गुरु अर्जन देव पातशाह कहते ये बोल मैं भी किसी ते नहीं छड्डने, ये बोल मैं आप अपने हत्थां नाल आप लेके जाने। 4 साल का समा लग्या। भाई गुरदास लिखारी बने ने, भाई बन्नो जी जिहड़े शाही ते कलमा तैयार कर दिया, ये भी किसी अनजान बंदे का काम नहीं सी, क्योंकि अखर किते मोटे पतले ना हो जाण। शाही बड़े कमाल की बनती है, जिहदे विच इन्हां दे कैमिकल, सोने का पत्तरा पाया जाता, निम के घोटने नाल उहनूं घोलिया जाता सी, कीड़ा ना लग जाए। सोने का पत्तरा तां भी चमक अखरां दी बनी रहे। इन्नी संजीदगी नाल कलम एक अंग, एक कलम नाल इक्को ही अंग लिखिया जाता सी ते इक्को जी अखरां दी जिहड़ी आ ओह बण कर लैंदी सी। 4 साल के करीब समा महाराज नूं लग्या। पातशाह ने कहा भी अच्छा 4 साल गुरु अर्जन देव पातशाह अपने घर महलों में नहीं गए, जिथे अज कोठा साहब है ना, अकाल तख्त साहब अंदर वड़दे खब्बे सचखंड साहब नूं कोठा साहब कहंदे आ। गुरु अर्जन देव पातशाह
सारा दिन जिहड़ी बाणी लिखाउणी, ਜਿਹੜੇ जिन्ने अंग लिखे जाने, ਉਹ एक पलंग लाया गया, उस पलंग ते लिया के विराजमान करने, थल्ले चादर भुंजे चादर विछा के अपना आसन करना। बराबरता नहीं बाणी की। कहते ये बाणी मेरे तो भी वड्डी है। इसे बाणी ने जुगां जुगांतरां तक अगुवाई करनी आ। भुंजे आसन सतगुरु ला के आराम करते रहे कि रात को भी कोई आके मिलावट ना कर दे। रात को इहो कहला पंजाबी च पहरेदारी की है महाराज साहब ने। किसी रैबर ने इन्नी संजीदगी नाल ये कारज नहीं किया। तां ही फिर गुरु अमरदास पातशाह कह रहा, आवो सिख सतगुरु के प्यारिओ गावो। ये सच्ची बाणी है भाई, च मिलावट कोई नहीं है। ये आप अपनी हयाती विच सारा कारज आप किया गया, ये कोई भी किसी तरह की मिलावट नहीं। ते ये तुड़की बाणी है जिहड़ी परमात्मा दे घर नाल साडी सांझ पाउंदी है, उस वाहिगुरु नाल संबंध जोड़ती है। ये तुरकी बाणी है। तो इस तरीके इस करके गुरु ग्रंथ साहब महाराज सर्वोत्तम ने, क्योंकि ये एक भी अखर किसी तो सुन के नहीं, किसी को पुछ के नहीं लिखिया। संतन की सुन साची साखी सो बोले, जो पेख्या आखी, जो अखा नाल वेख्या, जो हंडाया, जिहदे परथाए जिहड़े शब्द कहे। तुसी संप्रदाय महापुरखों के टीके पढ़ के वेखो, उन्होंने एक एक शब्द उपर उठानता लिखी हुई है भी केड़ा शब्द कित्थे किहदे परथाए उचारिया। गुरु नानक साहब की बाणी तकरीबन सारी च सवाल जवाब तर्क ज्यादा मिलेगा, क्योंकि सिक्खी की आरंभता उदों सतगुरु धार्मिक स्थानों पर, क्योंकि पहली उदासी हिंदू तीर्थों वाल है। कदे मक्के जा रहे हैं, कदे जोगियां के मठ पर जा रहे हैं। धर्मी लोग यही ने ना तीन जाने, तिन्हां नाल सवाल जवाब गोष्ठियां सिद्धा नाल तां तीन वार गोष्ठी हुई, क्योंकि महाराज उन्होंने पूछ रहे भी कर की रहे हो तुसी, इस दुनिया से आए हो, तुहाडी जिम्मेवारी की है, क्यों भज गए जिम्मेवारियां तो। ते ओ फिर गुरु नानक साहब ने पूछ लिया भी तुहाडा किस वखर के तुम बन जा रहे। सतगुरु कहते साच नाम के हम बन जा रहे, मैं सच्चे नाम दा गुरमुख खोजत भई उदासी। वो कहते तुसी कादे लई उदासी वाला ये लिबास गृहस्थियों घरां च रहो। महाराज कहते गुरमुख खोजत भई उदासी, भाई माना गुरमुखां दी खोज करन वास्ते चलिया, जेड़े रब नाल अपनियां डूंघियां सांझां पाई बैठे आ। कदे कबीर साहब नूं लभ्या, भगत रविदास जी नूं लभ्या, कदे बाबे फरीद दी ठेरी ते जा पहुंचे। गुरमुख खोजत भई उदासी, ये उदासियां उन्हां गुरमुखां दी खोज विच सतगुरु पातशाह ने जिहड़ियां ये कीतियां। ते मैं भी कह दियां गुरु ग्रंथ साहब सर्वोत्तम क्यों ने। अलग अलग धर्मां ने जदों अपने ग्रंथ लिखे, उन्होंने किसी दूजे धर्म का जिक्र नहीं किया। पाक पवित्र कुरान शरीफ पढ़िए। कुरान का मतलब है पढ़न योग पुस्तक, इसका अर्थ शरीफ जां मजीद, ये तखल्लस ने, एक सत्कार वच जिहड़े ये शब्द लाए गए। जिवें असीं बाणी का सरलेख है रामकली महला तीजा आनंद, यह बाणी का सरलेख। असीं की कहने आनंद साहिब जी की बाणी। जपजी साहब का सरलेख की है जप निशान है गुरु ग्रंथ साहब। असीं की कहने जप जी साहिब। असीं सत्कार विच जिवें सुखमनी साहब का भी सरलेख, उत्थे कल्ला सुखमनी है, असीं की कहने असीं जी सुखमनी साहब का पाठ किया। इस तरह कुरान शरीफ ये तखल्लस ये सत्कारत शब्द ने, तां उहदे विच तुहानूं राम वर्गे शब्द नहीं लभणगे। ते जिहड़ी भगवत गीता इन्हां ग्रंथां नूं पढ़ोगे अल्लाह जां खुदा वर्गे शब्द नहीं लभणगे। पर धन गुरु ग्रंथ साहब के दर्शन करियो, कदे कोई बोले राम राम, कोई खुदाए, कोई सेवा गुसैया, कोई अल्लाह कारण करण करीम, कृपा धार रहीम। इत्थे तां महाराज साहब ने सारियां दा ही सत्कार किया। कोई नाम लै जेड़ा तेनों चंगा लगता, सब नाम उस रब दे। भगत नाम दे बीठल कह रहा रब नूं। बीठल का अर्थ की होए? बीठ महाराष्ट्र विच इट नूं कहंदे आ। एक कोई ऋषि अपने मापियां की सेवा कर रहा सी, भगवान कृष्ण खुश होकर आ गए, ते इन्हें सोचा भी पता नहीं कौन आ गया, इन्हें इट मारी सी भगवान कृष्ण, वो इट फड़ी ते इट के सहारे ही खड़ गए। जो कोल होकर वेख्या कहते भगवान कृष्ण इट के सहारे खड़ा, बीठ के सहारे खड़ा। उस दिन भगवान कृष्ण का नाम एक होर पै गया बीठल। इबै बीठल उबै बीठल, बीठल बिन संसार नहीं। भगत नामदेव साहब की दृष्टि वेखो की है। ते महाराज साहब ने भाई फिर इस बाणी की एक होर विलक्षणता सुनियो। ये सारियां दा सत्कार चरण सिंह सफरी ने बड़े कमाल दे बोल कहा, ये गुरु ग्रंथ की ज्योति है जिस दा प्रतख नजारा है। एक सफे ते नानक बैठा, दूजे रविदास प्यारा। इत्थे सोने वांगू उगड़ियां लिखता ने शेख फरीद दियां, इत्थे कलियां बन के महकदियां सदने दी पाक उम्मीद दियां। इत्थे रुतबा पाया धन्ने ने,
ਇਹਦੇ ਇੱਕ ਇੱਕ ਸੁੰਦਰ ਪੰਨੇ ਤੇ ਖਿਲਰੇ ਹੋਏ ਸੁੰਦਰ ਪੰਨੇ ਨੇ। ਇੱਥੇ ਸੈਨ ਨਾਈ ਵੀ ਉਧਰ ਗਿਆ ਤੇ ਰੁਤਬਾ ਪਾਇਆ ਧੰਨੇ ਨੇ। ਇੱਥੇ ਕਹਿੰਦੇ ਰੱਬ ਬਰਾਬਰ ਮਿਲਿਆ ਹੈ ਸਨਮਾਨ ਕਬੀਰ ਜਲਾਹੇ ਨੂੰ। ਇੱਥੇ ਨਾਮਦੇਵ ਸ਼ਿੰਬਾ ਵੀ ਕੋਈ ਬੈਠਾ ਹੈ ਖੱਟ ਕੇ ਲਾਹੇ ਨੂੰ। ਜਦ ਕੋਈ ਮਨ ਚਿਤ ਲਾ ਕੇ ਪੜੇ ਗੁਰੂ ਨਾਵੇਂ ਦੇ ਸ਼ਲੋਕਾਂ ਨੂੰ, ਫਿਰ ਲੱਭਦਾ ਰਾਹ ਹਕੀਕਤ ਦਾ ਕਲਯੁਗ ਦੇ ਪੁਲੜੇ ਲੋਕਾਂ। ਸਾਰੇ ਇਕੱਠੇ ਹੋ ਗਏ, ਕੋਈ ਵਿਤਕਰਾ ਨਹੀਂ ਹੈ ਕਿਸੇ ਨਾਲ। ਇਹੀ ਤਾਂ ਹੀ ਮਹਾਰਾਜ ਕਹਿ ਰਿਹਾ ਭਾਈ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਆਓ ਪਿਆਰੇ, ਹੁਣ ਪਿਆਰਾ ਸ਼ਬਦ ਬੜਾ ਪਿਆਰਾ ਹੈ, ਆਪਣੇ ਆਪ ਵਿੱਚ ਹੀ ਬੜਾ ਪਿਆਰਾ। ਸਿੱਖ ਕਹਿੰਦਾ ਮਹਾਰਾਜ ਜੋ ਤਾਂ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ। ਮੈਂ ਤਾਂ ਪ੍ਰੇਮ ਦੀ ਖੇਡ ਤੇਰੇ ਨਾਲ ਖੇਡਣ ਆਉਣਾ, ਪਰ ਜਦੋਂ ਆਉਣਾ ਤੇਰੇ ਦਰਬਾਰ 'ਚ ਪਹਿਲਾਂ ਹਥਿਆਰ ਪਰੋਸ ਕੇ ਰੱਖੇ ਹੋਇਆ। ਤੇਰੇ ਦਰਬਾਰ ਵਿੱਚ ਪਹਿਲਾਂ ਜਿਹੜੇ ਆ ਇਹ ਸ਼ਾਸਤਰ ਪਰੋਸ ਕੇ ਰੱਖੇ ਹੋਇਆ ਤੇ ਮੈਂ ਬੜਾ ਦੁਬਿਧਾ 'ਚ ਪੈ ਗਿਆ। ਮੈਂ ਤਾਂ ਪ੍ਰੇਮ ਦੀ ਖੇਡ ਖੇਡਣ ਆਇਆ ਤੇ ਮਹਾਰਾਜ ਤੁਸੀਂ ਨੰਗੀਆਂ ਕਿਰਪਾਨਾਂ ਕਿਉਂ ਰੱਖੀਆਂ? ਮਹਾਰਾਜ ਕਹਿੰਦੇ ਇਸ ਕਿਰਪਾਨ ਵਿੱਚੋਂ ਹੀ 5 ਪਿਆਰੇ ਨਿਕਲੇ ਸੀ। ਇਸ ਕਿਰਪਾਨ ਵਿੱਚੋਂ ਜਿਹੜੇ ਨਿਕਲੇ, ਕਿਰਪਾਨ ਦੀ ਜਿਹੜੇ ਕਸਵੱਟੀ ਤੇ ਪੂਰੇ ਉਤਰੇ, ਮੈਂ ਉਹਨਾਂ ਨੂੰ ਕਹਿ ਦਿੱਤਾ ਪਿਆਰੇ ਦਇਆ ਸਿੰਘ ਜੀ, ਪਿਆਰੇ ਧਰਮ ਸਿੰਘ ਜੀ। ਮੈਂ ਪਿਆਰਾ ਸ਼ਬਦ ਦਿੱਤਾ, ਜਿਹੜੇ ਕਿਰਪਾਨ ਦੀ ਝਾਲ ਚੱਲ ਗਏ, ਪਰ ਮੈਂ ਤੇਰੇ ਤੇ ਕਿਰਪਾਨ ਨਹੀਂ ਵਰਤਣੀ। ਮੈਂ ਤਾਂ ਸ਼ਬਦ ਦੇ ਬਾਣ ਮਾਰਨੇ ਆ। ਹੰਕਾਰ ਦਾ ਸਿਰ ਵੱਢਣਾ, ਹੰਕਾਰ ਦਾ ਸਿਰ ਜੇ ਤੂੰ ਵੀ ਅੱਜ ਵਢਾ ਲਿਆ ਤੇ ਤੈਨੂੰ ਵੀ ਮੈਂ ਪਿਆਰਾ ਕਹਿ ਕੇ ਆਵਾਜ਼ ਮਾਰ ਦਿਆਂ। ਆਓ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਕਿਉਂਕਿ ਇਸ ਕਿਰਪਾਨ ਵਿੱਚੋਂ ਨਫ਼ਰਤ ਨਹੀਂ ਪੈਦਾ ਹੁੰਦੀ, ਵੈਰ ਨਹੀਂ ਪੈਦਾ ਹੁੰਦਾ, ਦੁਸ਼ਮਣੀ ਨਹੀਂ ਪੈਦਾ ਹੁੰਦੀ। ਇਹ ਕਿਰਪਾਨ ਤਲਵਾਰ ਨਹੀਂ ਹੈ। ਤਲਵਾਰ ਦਾ ਅਰਥ ਹੁੰਦਾ ਹੈ ਤਲ ਤੇ ਡਿੱਗੇ ਹੋਏ ਦੇ ਉੱਪਰ ਵਾਰ ਕਰਨਾ। ਉਹ ਨਹੀਂ ਵੇਖਦੀ ਹੈ ਨਿਹੱਥਾ, ਉਹ ਨਹੀਂ ਵੇਖਦੀ ਹੈ ਮਜਬੂਰ ਹੈ। ਤਲਵਾਰ ਨਹੀਂ ਵੇਖਦੀ ਹੈ ਲਾਚਾਰ ਹੈ, ਬੇਵਸ ਹੈ, ਅਬਲਾ, ਇਹ ਮਜ਼ਲੂਮ ਮਾਸੂਮ ਹੈ। ਤਲਵਾਰ ਤਾਂ ਕਹਿੰਦੀ ਬਸ ਹੁਣ ਦਾਅ ਤੇ ਆਇਆ, ਆਪਣਾ ਕੰਮ ਕਰ ਅੱਗੇ ਤੁਰ। ਇਹ ਸਾਨੂੰ ਮਾਰੇ ਕਹਿੰਦੇ ਕਿਰਪਾਨ ਹੈ, ਕਿਰਪਾ ਜਮਾ ਆਨ। ਇਹ ਤਾਂ ਭਾਈ ਇਹਦੇ ਵਿੱਚੋਂ ਕਿਰਪਾ ਵਰਤਦੀ ਹੈ। ਕਿਸੇ ਤੇ ਜ਼ੁਲਮ ਹੋ ਰਿਹਾ, ਇਹ ਕਿਰਪਾਨ ਉਦੋਂ ਨਿਕਲਦੀ ਆ। ਆਪਣੇ ਤੇ ਜ਼ੁਲਮ ਹੋ ਰਿਹਾ, ਇਹ ਕਿਰਪਾਨ ਉਦੋਂ ਨਿਕਲਦੀ ਹੈ। ਕਿਸੇ ਦੇ ਧਰਮ ਨੂੰ ਬਚਾਉਣਾ, ਇਹ ਕਿਰਪਾਨ ਉਦੋਂ ਨਿਕਲਦੀ ਹੈ। ਕਿਸੇ ਦੀ ਆਨ ਬਾਨ ਸ਼ਾਨ ਨੂੰ ਬਚਾਉਣਾ, ਇਹ ਕਿਰਪਾਨ ਉਦੋਂ ਨਿਕਲਦੀ ਹੈ, ਕਿਉਂਕਿ ਕਿਰਪਾਨ ਹੈ ਨਾ, ਇਹਦੇ ਵਿੱਚੋਂ ਕਿਰਪਾ ਨਿਕਲਦੀ ਹੈ। ਜ਼ੁਲਮ ਨਹੀਂ, ਵੈਰ ਨਹੀਂ, ਨਫ਼ਰਤ ਨਹੀਂ ਨਿਕਲਦਾ। ਤੇ ਮਾਰੇ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਜਿਹੜੇ ਦੇਹਧਾਰੀਆਂ ਦੇ ਪਿਆਰੇ ਬਣਨ ਦੀ ਕੋਸ਼ਿਸ਼ ਕਰ ਰਿਹਾ, ਕੁਝ ਨਹੀਂ ਪੱਲੇ ਪੈਣਾ। कबीर माए मुंडो ते गुरु की जाते परम ना जाए, आप डूबे चौबीर में चेले दिए बा काचे गुरते मुक्त ना हुआ। ते सतगुरु कहते जिहदे नाल मैं भी बेनती करा, जिहदे नाल प्यार होवे उहदे शब्द भी प्यारे लगदे आ। आवो सिख सतगुरु के प्यारे गावो सच्ची। अगे आपां पुराने समय वेख्या जिदा चलो व्हाट्सएप है, फेसबुक है, बड़े इंस्टाग्राम ये वो चलदा। पहले समय चिट्ठियां भेजियां जांदियां सी। अज तो 25 साल पुरानी गल कि जदों पति ने विदेश गए ने अपनी घर पत्नी नूं, धर्म पत्नी नूं चिट्ठी पाउणी, उन्हें शब्द पढ़ने, फिर चिट्ठी संभालनी, फिर पढ़ने, फिर संभालनी, कई कई वार दिन च पढ़नी, रात नूं सौण लग्गियां पढ़नी, क्योंकि उन्हां अखरां चों उहनूं उहदा पति नजर आ रहा, उहदा पति नजर आ रहा। ते जिहदे नाल प्यार उहदे शब्द भी प्यारे। ते महाराज साहब कहंदे भाई जे अज बाणी सुनन नूं जी नहीं करदा, वीरे दा मतलब तैनूं जां दा प्यार नहीं, ते जां जे शब्द प्यारे नहीं लगे, तो सतगुरां नाल प्यार अंदरों रिश्ता, प्रेम दा रिश्ता जोड़, ताकि तैनूं ये शब्द भी प्यारे लगण। पर ये शब्द जिहड़े आ ये तुरकी बाणी दे शब्द, ये सच्ची बाणी दे शब्द ने। ये तां अनेक जुनियां दी भरमणा भटकणा मुका के मुक्ति देण वाले शब्द ने। ये शब्द तां तैनूं परमात्मा दे घर प्रवान कराउण वाले शब्द ने। शब्द की ताकत देख लो की है। गुरु अंगद देव पातशाह बाबा लैणा जी ने भाई जोध तो की सुनिया सी? गुरु नानक साहब नूं वेख्या नहीं सी? वैष्णो देवी दे चाले जांदे आ, वापस मुड़दे जा रहे सी, खडूर साहब भाई जोध पढ़ रहा सी। सो भाई उस जित सेव्या सुख पाई है, सो साहिब सदा संभाली है। मंदा मूल ना कीचई दे लम्मी नजर निहाली है। आज शब्द आसा की वार दी पौड़ी पढ़ी जा रही है। शब्दां ने बड़ी खिच पाई। शब्द सुन के भाई लैणा भाई जोध कोल चलिया गया। मन विच आया जिहदे सिख इन्ने प्यारे, जिहदे सिखां दी रसना तो निकले हुए बोल इन्ने प्यारे, ते जिहदे ये बोल ने वो कितना प्यारा होएगा। पुछया भाई जोधे बोल किदे? कहंदा गुरु नानक साहब दे। कित्थे ने? करतारपुर साहब मैनूं लैके चल, मैं मिलना।
शब्द सुनिया, शब्द की ताकत है। मारे ताई कह रहा है गावो सच्ची बाणी है भाई, बाणी की ताकत वेख ला की है। बाबा लेना धार्मिक धार्मिक यात्रा कर रहा है, लेकिन अज रब के घर तो आए बोल कन्ना च पए ते बोल सुन के भाई जोध कोल गया ते ओ शब्द गुरु नानक साहब के घर लै गए। गुरु अमरदास साहब ने मेरे नाल भी ताई होया। मैं भी 19-20 साल गंगा ते इशनान करन जांदा सी, शब्द नहीं मेरे अंदर चोट मारी, शब्द नहीं मेरे अंदर मल मलाई। ब्रह्मचारी कहता तू नगुना तेरे नाल इन्ने दिन संग कीता, मेरे जब का भ्रिष्ट हो गए। शब्द सी, शब्द अंदर विन के चले गए, जख्म कर गए, डूंगा घाव कर गए। ते जदों घर आए बीबी अमृत तो वह भी शब्द ही सुनिया, भले हारी गुर अपने देवहाड़ी सदवार, जिन मानस ते देवते किए करत ना लागी वार, जे सो चंदा उगवै सूरज चढ़े हजार, इते चानन हुंदिया गुर बिन घोर अंधार। काया आरण मन विच लोहा, पंच अगन तित लाग रही, कोयले पाप पड़े तिस ऊपर मन जलिया। सन्नी चिंत पई भया मनूर, कंचन फिर होवे जे गुर मिलै तनेहा, एक नाम अमृत हो देवै तो नानक रिष्टस देहा। शब्द सुने, पुछया धीए ये शब्द किदे आ? ओ कहन लगी जी ए गुरु नानक साहब दे आ। हुण कित्थे ने? ओ कहंदी उस तख्त ते गुरु अंगद देव पातशाह खडूर साहब। कहन लगे धीए जिहदे ए शब्द आ मैनूं उहदे कोल लै चल। शब्द सुन के गुरु कोल गए ते एक दिन फिर गुरु ने प्रसन्न होकर शब्द का खजाना बाबा अमरदास की झोली पा दिता। फिर यह शब्द जिहड़ा वंडिया जा रहा है, तो महाराज कहंदे भाई जिहदा ये बाणी नाल प्यार होएगा, देखो शब्दां विच जिहो जिहा कुछ होएगा ना उहो जिहा कुछ प्रगट। शब्द च हंकार होवे सामने वाले का हंकार प्रगट हो जाएगा, शब्दां च क्रोध होवे सामने वाले का क्रोध प्रगट हो जाएगा। जे शब्दां च प्यार होवे सुनने वाले दे मन च भी प्यार होएगा। ये बाणी रब दे घर तो आई है। जब इस बाणी नाल प्यार होएगा ते ये बाणी पढ़दियां सुनदियां अंदरों निरंकार प्रगट होएगा। वाह वाह बाणी निरंकार है, इस जेवट अवर ना कोई, इहदे बराबर कोई नहीं। सतगुरु कहंदे आ सिखो आवो इस सच्ची बाणी नूं गौणा करो, क्योंकि तुहाडे अंदरों निरंकार प्रगट होएगा, परमात्मा प्रगट होएगा। बाणी का गावो गुरु केरी बाणियां सिरबाणी, ओ बाणी गावो जिहड़ी गुरु ग्रंथ साहब दे विच अंकित है। बाणियां बहुत ने, बाणियां सिर, सिर दा मतलब सिरमौर, गुरु केरी, केरी दा अर्थ हुंदा दी। बाणी गाओ ओ गाओ जिहड़ी गुरु दी रसना ते आई है बाणी, क्योंकि उस वेले कच्ची बाणी का दौर चल पिया, कच्ची बाणी उचारी जान लग पई है। महाराज कहते बाणी गाउणी है सुननी है, लेकिन वो जिहड़ी गुरु की रसना ते आई है। ते पातशाह कहते ने इस बाणी जिन्नी भी गुरु ग्रंथ साहब एक ओंकार तो लैके 18-10-20 तक 1430 अंग, एक एक अखर परमात्मा के घर तो आया होया बोल है, ते रब के घर तो आया होया बोल है। चाहे रब भगतां की रसना ते बैठ के बोलिया, चाहे गुरसिखां की रसना ते बैठ के रब बोलिया, चाहे भट्टां की रसना ते बैठ के रब बोलिया, ते चाहे गुरु साहिबानां की रसना ते बैठ के रब ने अपना स्नेहा संसार विच भेजिया। एक एक अखर परमात्मा के घर तो आया होया बोल है। और ये सच्ची बाणी है, शब्दों में ताकत बहुत है। मैं फिर बेनती कर दिया, कच्ची बाणी सच्ची बाणी, पूरा गुरु अधूरा गुरु। हुण एक महल्ले में 2 बंदे रहिंदे आ, एक दा नाम भी राम सिंह, दूजे का नाम भी राम सिंह, इको जी अमीरी है, इको जे लिबास, इको वध तो वड्डियां वड्डियां कारां, किसी गल की कमी नहीं, इको जिहियां कोठियां पाइयां। किसी बंदे ने साइन कराने सी, दरवाजा खड़काया, जी तुसीं राम सिंह हो? कहंदे हाँ। कहंदा सर्टिफिकेट पे साइन करियो। कहंदा भी मैं साइन नहीं कर सकता, मैं तो ठेकेदार हाँ। तुसीं अफसर नहीं? कहना नहीं मैं अफसर नहीं, मैं तो ठेकेदार हाँ, मैं पैसा मेरे को बहुत आ देख ताम जाम, किसी गल की कमी नौकर चाकर, पर मैं शब्दां दे विच मेरे ताकत कोई नहीं, जान कोई नहीं। मेरे शब्द तो तैनूं भी 420 च वसाउणगे, मैनूं भी वसाउणगे। दूजे घर च गया, कहना जी राम सिंह हो? कहते हाँ। कहते सर्टिफिकेट पे साइन करियो। कहना लियाओ मैं कर दिंदा। कहते तुसीं क्यों कर सकते हो? कहते मैनू गौरमेंट ने शब्दों विच इन्नी मेरे शब्दों च जान पा दी, क्योंकि मैं लंबा समय शब्द की कमाई करके आया, लंबा समय स्कूलों कॉलेज यूनिवर्सिटी शब्द नूं पढ़िया। अज मेरे शब्द अखरां च ताकत आ गई, मेरे साइन गौरमेंट वालों प्रवानित ने। बाणियां तो इत्थे बड़ियां उचारियां जा रही, कच्चियां बाणियां, कहते कच्चे सुनते कच्चे, कल वाली पौड़ी च आएगा। ते महाराज कहते पर ये जिहड़े बोल ने भाई, इन्हां ते निरंकार की मोहर लगी हुई है, इन्हां ते परमात्मा की मोहर लगी है, रब के घर तो आए। इन्हां शब्दों में जान ताकत है। ये राक्षसां नूं संत बनाउण वाले शब्द ने।
ਇਹ ਚੋਰਾਂ ਨੂੰ ਸੰਤ ਬਣਾਉਣ ਵਾਲੇ ਸ਼ਬਦ ਨੇ, ਇਹ ਠੱਗੀਆਂ ਮੁਕਾ ਕੇ ਸੱਜਣ ਤਾਈਆਂ ਬਖਸ਼ਣ ਵਾਲੇ ਸ਼ਬਦ ਨੇ, ਇਹ ਜਮਾਂ ਦੀਆਂ ਫਾਹੀਆਂ ਕੱਟਣ ਵਾਲੇ ਸ਼ਬਦ ਨੇ। ਇਹ ਸ਼ਬਦਾਂ 'ਚ ਇੰਨੀ ਤਾਕਤ ਹੈ, ਤੇਰੇ ਸਾਰੇ ਰੋਗ ਮੁਕਾਉਣ ਦੀ ਤਾਕਤ ਇਹਨਾਂ ਸ਼ਬਦਾਂ 'ਚ। ਕਰੋੜਾਂ ਜਨਮਾਂ ਦੇ ਪਾਪ ਖਤਮ ਕਰਨ ਦੀ ਤਾਕਤ ਇਹਨਾਂ ਵਿੱਚ ਹੈ। ਕਿਸੇ ਨੇ ਕਿਹਾ ਤੇਰੀ ਜੇਬ 'ਚ ਕੀ ਆ? ਕਾਗਜ਼ੀ ਆ, ਕੱਢ ਬਾਹਰ। ਉਹ ਕਹਿੰਦਾ ਨਹੀਂ ਨਹੀਂ ਕਾਗਜ਼ ਨਹੀਂ, ਇਹ 100 ਦਾ ਨੋਟ ਹੈ। ਕਹਿੰਦਾ ਨਹੀਂ ਕਾਗਜ਼ ਹੈ। ਕਹਿੰਦਾ ਨਹੀਂ ਜੀ ਇਹਦਾ 500 ਦਾ ਨੋਟ ਹੈ। ਕਿਉਂ ਬਈ 500 ਕਿਉਂ, 100 ਕਿਉਂ? ਕਹਿੰਦਾ ਕਿਸੇ ਨੂੰ ਪੁੱਛੋ, ਇਹਨੂੰ 100 ਕਹਿ ਕੇ ਬੁਲਾਇਆ ਜਾਂਦਾ, ਇਹਨੂੰ 500 ਕਹਿ ਕੇ ਬੁਲਾਇਆ ਜਾਂਦਾ, ਕਿਉਂ? ਕਹਿੰਦਾ ਵੇਖੋ ਇਹਦੇ ਤੇ ਗਵਰਨਮੈਂਟ ਦੀ ਮੋਹਰ ਹੈ। ਗਵਰਨਮੈਂਟ ਦੀ ਮੋਹਰ, ਇੱਕ ਮਾਮੂਲੀ ਕਾਗਜ਼ ਤੇ ਗਵਰਨਮੈਂਟ ਦੀ ਮੋਹਰ ਲੱਗੇ। ਉਹ ਰਜਿਸਟਰੀਆਂ ਹੁੰਦੇ ਕਾਗਜ਼ੀ ਨੇ, ਪਰ ਉਹ ਰਜਿਸਟਰੀਆਂ ਬਣਦੀਆਂ ਲੋਕ ਲੋਕਰਾਂ 'ਚ ਸੰਭਾਲ ਕੇ ਰੱਖਦੇ ਆ। ਇਹ ਜਿਹੜੇ ਕਾਗਜ਼ਾਂ ਤੇ ਗਵਰਨਮੈਂਟ ਵੱਲੋਂ ਪ੍ਰਮਾਣਿਤ ਹੋਵੇ ਹੁੰਦੇ ਚੈੱਕ, ਇੱਕ ਕਾਗਜ਼ੀ ਨੇ, ਲੋਕ ਸੰਭਾਲ ਕੇ ਰੱਖਦੇ ਆ। ਜਿਹੜੇ ਕਾਗਜ਼ ਤੇ ਗਵਰਨਮੈਂਟ ਦੀ ਮੋਹਰ ਲੱਗੇ ਉਹਨੂੰ 100 ਕਰਕੇ ਬੁਲਾਇਆ ਜਾਂਦਾ ਹੈ, ਉਹਨੂੰ 500 ਕਰਕੇ ਬੁਲਾਇਆ ਜਾਂਦਾ ਹੈ। ਲੋਕ ਉਹਨੂੰ ਸੰਭਾਲ ਰੱਖਦੇ ਆ, ਕਿਉਂਕਿ ਉਹਦੇ ਤੇ ਗਵਰਨਮੈਂਟ ਦੀ ਮੋਹਰ ਲੱਗੀ। ਗਵਰਨਮੈਂਟ ਸਰਕਾਰ ਉਹਦੇ ਤੋਂ ਬੋਲਦੀ ਹੈ। ਤੇ ਯਾਦ ਰੱਖਿਓ, ਜਿੰਨਾ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਕਹਿੰਦੇ ਆ ਕਾਗਜ਼, ਜਿਹੜੇ ਕਾਗਜ਼ਾਂ ਉੱਤੇ ਨਿਰੰਕਾਰ ਦੀ ਮੋਹਰ ਲੱਗ ਜਾਏ, ਉਹ ਲੋਕ ਪਰਲੋਕ ਤਿੰਨਾਂ ਲੋਕਾਂ ਵਿੱਚ ਪ੍ਰਵਾਨਿਤ ਹੈ, ਕਿਉਂਕਿ ਇਹਦੇ ਵਿੱਚੋਂ ਨਿਰੰਕਾਰ ਬੋਲਦਾ। ਇਹਨਾਂ ਬੋਲਾਂ ਤੇ ਰੱਬ ਦੀ ਮੋਹਰ ਲੱਗੀ ਹੋਈ ਆ, ਰੱਬ ਬੋਲਦਾ। ਤੇ ਮਹਾਰਾਜ ਕਹਿੰਦੇ ਇਹ ਬਾਣੀ ਕੋਈ ਐਸ਼ੋ ਇਸ਼ਰਤ ਵਿੱਚ ਬੈਠ ਕੇ ਨਹੀਂ ਉਚਾਰੀ ਹੋਈ, ਇਹ ਤੱਤੀਆਂ ਤਵੀਆਂ ਤੇ ਬੈਠ ਕੇ ਉਚਾਰੀ ਹੋਈ ਹੈ। ਇਹ ਬਾਣੀ ਕੋਈ ਐਸ਼ੋ ਇਸ਼ਰਤ ਵਿੱਚ ਨਹੀਂ ਆਈ ਹੋਈ, ਇਹ ਤਾਂ ਦਿੱਲੀ ਚਾਂਦਨੀ ਚੌਕ ਸੀਸ ਕਟਾਉਂਦਿਆਂ ਉਚਾਰੀ ਹੋਈ ਹੈ। ਇਹ ਤਾਂ ਬੜੇ ਦੁੱਖ ਤਕਲੀਫ ਤਸੀਹੇ ਝੱਲ ਕੇ, ਨੰਗੇ ਪੈਰ ਉਦਾਸੀਆਂ ਕਰ ਕਰਕੇ ਉਚਾਰੀ ਹੋਈ ਬਾਣੀ ਹੈ। ਇਹ ਬਾਣੀ ਤੁਰਕੀ ਬਾਣੀ ਭਾਈ, ਉਸ ਬਾਣੀ ਲਈ ਮਹਾਰਾਜ ਕਹਿ ਰਿਹਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਰਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕਰੀ, ਕਿਸੇ ਦੇ ਬਾਣੀ ਬੁੱਲਾਂ ਤੱਕ, ਕਿਸੇ ਦੇ ਰਸਨਾ ਤੱਕ, ਕਿਸੇ ਦੇ ਕੰਠ ਤੱਕ ਆਈ, ਕਿਸੇ ਦੀਆਂ ਅੱਖਾਂ ਤੱਕ, ਕਿਸੇ ਦੇ ਕੰਨਾਂ ਤੱਕ, ਪਰ ਉਹ ਵਡਭਾਗਿਆ ਹਿਰਦੇ ਤਿਨਾ ਸਮਾਣੀ, ਜਿਨ੍ਹਾਂ ਦੇ ਬਾਣੀ ਮਨ ਤੱਕ ਚਲੇ ਗਈ, ਹਿਰਦੇ 'ਚ ਵਸ ਗਈ। ਕੰਨਾਂ ਨਾਲ ਸੁਣਦਿਆਂ ਬੜੇ ਸਾਲ ਹੋ ਗਏ, ਕੰਨ ਤੋਂ ਮਨ ਤੱਕ ਲਿਜਾਣਾ ਸਾਡੇ ਵੱਸ ਦੀ ਗੱਲ ਨਹੀਂ ਹੈ। ਕੰਨ ਤੋਂ ਸ਼ਬਦ ਮਨ ਤੱਕ ਜਾਵੇ, ਇਹ ਗੁਰੂ ਹੀ ਲਿਜਾ ਸਕਦਾ। ਸਤਿਗੁਰੂ ਕਹਿੰਦੇ ਨੇ, ਜਿਨ ਕੋ ਨਦਰ ਦਾ ਮਤਲਬ ਬਖਸ਼ਿਸ਼, ਕਰਮ, ਤੇਰੀ ਬਖਸ਼ਿਸ਼, ਤੇਰੀ ਨਜ਼ਰ ਜਿਹਦੇ ਤੇ ਹੋਵੇ, ਇਹ ਬਾਣੀ ਉਹਨਾਂ ਦੇ ਹੀ ਕੰਨ ਤੋਂ ਮਨ ਤੱਕ ਜਾਂਦੀ ਆ, ਉਹਨਾਂ ਦੀਆਂ ਅੱਖਾਂ ਤੱਕ ਹਿਰਦੇ ਤੱਕ ਜਾਂਦੀ ਹੈ, ਉਹਨਾਂ ਦੀ ਰਸਨਾ ਤੋਂ ਅਗਰ ਤੋਂ ਹਿਰਦੇ ਤੱਕ ਜਾਂਦੀ ਹੈ, ਜਿੰਨਾ ਤੇ ਤੇਰੀ ਨਜ਼ਰ ਹੋ ਜਾਏ, ਤੇਰੀ ਬਖਸ਼ਿਸ਼ ਗੁਰ ਪ੍ਰਸਾਦ ਵਰਤ ਜਾਏ। ਤੇ ਮਹਾਰਾਜ ਕਹਿੰਦੇ ਪੀਵੋ ਅੰਮ੍ਰਿਤ, ਜਦੋਂ ਬਾਣੀ ਹਿਰਦੇ 'ਚ ਵਸ ਗਈ, ਫਿਰ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਬਾਣੀ ਕੀ ਆ ਹਮਾਰੀ ਪਿਆਰੀ, ਅੰਮ੍ਰਿਤ ਧਾਰੀ ਗੁਰ ਨਿਮਤ ਨਾ ਮਨ ਤੇ ਟਾਰੀ ਦੇ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਇਹ ਬਾਣੀ ਅੰਮ੍ਰਿਤ ਰੂਪ, ਅੰਮ੍ਰਿਤ ਦਾ ਖਜ਼ਾਨਾ ਹੈ। ਪੀਵੋ ਅੰਮ੍ਰਿਤ, ਜੋ ਹਿਰਦੇ 'ਚ ਵਸੀ, ਫਿਰ ਇਹ ਸਦਾ ਹੀ ਅੰਮ੍ਰਿਤ ਪੀਵੋ, ਸਦਾ ਰਹੋ ਹਰ ਰੰਗ, ਸਦਾ ਹੀ ਉਸ ਰੰਗ ਵਿੱਚ ਰੰਗੇ ਰਹੋਗੇ ਜਿਹੜਾ ਆਤਮਿਕ ਆਨੰਦ ਹੈ, ਜਿਹੜਾ ਪਰਮ ਸੁੱਖ ਹੈ। ਉਸ ਰੰਗ ਨੂੰ ਮਾਣੋਗੇ ਜਿਹੜਾ ਰੰਗ ਤਵੀਆਂ ਤੇ ਵੀ ਅਡੋਲ, ਤਾਰਿਆਂ ਥੱਲੇ ਵੀ ਅਡੋਲ, ਚਰਖੜੀਆਂ ਤੇ ਵੀ ਅਡੋਲ, ਖੋਪਰ ਲਹਾ ਕੇ ਕੀ ਦਿਨ ਬੈਠਿਆ ਤਾਂ ਵੀ ਅਡੋਲ, ਉਸ ਰੰਗ ਨੂੰ ਹਮੇਸ਼ਾ ਮਾਣੋਗੇ। ਜਪਿਓ ਸਾਰੰਗ ਪਾਣੀ, ਪਾਣ ਦਾ ਅਰਥ ਹੁੰਦਾ ਹੱਥ, ਸਾਰੰਗ ਦਾ ਮਤਲਬ ਧਨੁਸ਼, ਉਹ ਧਨੁਸ਼ ਧਾਰੀ ਪ੍ਰਮਾਤਮਾ। ਸਾਰੰਗ ਬਾਣੀ ਦਾ ਅਰਥ ਵੀ ਕੀਤਾ ਸਾਰੇ ਖੰਡ ਬ੍ਰਹਿਮੰਡ, ਜੋ ਕੁਝ ਸਾਡਾ ਦ੍ਰਿਸ਼ਟਮਾਨ ਦੇਖ ਰਹੇ ਹਾਂ, ਸਾਰਿਆਂ ਦਾ ਮਾਲਕ ਹੈ ਰੱਬ। ਉਸ ਪ੍ਰਮਾਤਮਾ ਨੂੰ ਜਪ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਿਆ ਹੈ ਨਾਨਕ ਸਾਹਿਬ ਕਹਿ ਰਹੇ ਆ, ਸਦਾ ਗਾਵੋ। ਲਓ ਆ ਜਿਹੜੇ ਹੁਣ ਸਮਾਂ ਹੀ ਪੁੱਛਦੇ ਰਹਿੰਦੇ ਆ ਵੀ ਕਿੰਨਾ ਸਮਾਂ ਬਾਣੀ ਪੜ੍ਹੀਏ, ਕਿੰਨਾ ਟਾਈਮ ਪੜ੍ਹੀਏ, ਕਦੋਂ ਪੜ੍ਹੀਏ, ਕਿੱਥੇ ਪੜ੍ਹੀਏ। 550 ਸਾਲ ਹੋ ਗਏ, ਹਲੇ ਤੱਕ ਆਪਾਂ ਨੂੰ ਇਹੀ ਨਹੀਂ ਪਤਾ ਬਾਣੀ ਕਦੋਂ ਪੜ੍ਹੀਏ ਤੇ ਕਿਹੜੀ ਪੜ੍ਹੀਏ, ਕਿੱਥੇ ਪੜ੍ਹੀਏ। ਸਾਇੰਸ ਨੇ ਬੜੀ ਤਰੱਕੀ ਕਰ ਲਈ, ਪਰ ਧਰਮ ਦੇ ਮਾਮਲੇ 'ਚ ਅਸੀਂ ਕਿੱਥੇ ਖੜੇ ਆ। ਪਾਤਸ਼ਾਹ ਨੇ ਅੱਜ ਜਿਹੜਾ ਭਰਮ ਕੱਢ ਦਿੱਤਾ, ਕਹਿ ਨਾਨਕ ਸਦਾ ਗਾਵੋ, ਸਦਾ ਹੀ ਗਾਵੋ, ਇੱਕ ਪਲ ਵੀ ਵਿਛੋੜਾ ਨਾ ਪਵੇ। ਕਰ ਬੰਦੇ ਤੂੰ ਬੰਦਗੀ, ਜਿੱਤਰ ਘੱਟ ਮੈਂ ਸਾਹ, ਜਦੋਂ ਤੱਕ ਸਾਹ ਚੱਲਦੇ ਆ। ਲੋ ਹੁਣ ਤਾਂ ਸਮਾਂ ਪੁੱਛਣ ਦੀ ਲੋੜ ਹੀ ਨਹੀਂ ਨਾ, ਹੁਣ ਤਾਂ ਉੱਠ ਕੇ ਬੈਠ ਕੇ ਸੋ ਨਾਮ ਮਾਰ ਕੇ ਚੱਲ ਤਾਂ ਹਰੇ ਹਲਕਾਈ ਹੈ, ਉੱਠਦਿਆਂ ਬਹਿੰਦਿਆਂ ਹਰ ਨਾਮ ਤੇ ਆਵੇ। ਗੱਲ ਹੀ ਖੁੱਲੀ ਕਰ ਦਿੱਤੀ, ਕਹਿ ਨਾਨਕ ਸਦਾ ਗਾਵੋ। ਇਹ ਇੱਥੇ ਹਾਏ ਨੂੰ ਔਂਕੜ ਨਹੀਂ, ਮੁਕਤਾ ਹੈ। ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਸੱਚੀ ਬਾਣੀ ਜਿਹੜੀ ਆ ਇਸਤਰੀ ਲਿੰਗ ਹੈ। ਜਦੋਂ ਇਸਤਰੀ ਲਿੰਗ ਦੇ ਨਾਲ ਕੋਈ ਵਿਸ਼ੇਸ਼ਣ ਆਉਂਦਾ ਹੈ, ਉਹ ਔਂਕੜ ਤੋਂ ਮੁਕਤਾ ਹੋ ਜਾਂਦਾ ਹੈ। ਇਸਤਰੀ ਲਿੰਗ ਦਾ ਕੋਈ ਸ਼ਬਦ ਆਵੇ, ਉਹ ਵੀ ਔਂਕੜ ਤੋਂ ਮੁਕਤਾ, ਉਹਦੇ ਨਾਲ ਜਿਹੜਾ ਕੋਈ ਸੰਬੰਧਕੀ ਸ਼ਬਦ ਆਵੇ, ਵਿਸ਼ੇਸ਼ਣ ਆਵੇ,
ਉਹ ਵੀ ਔਂਕੜ ਤੋਂ ਮੁਕਤਾ ਹੁੰਦਾ। ਇਹ ਸੱਚੀ ਬਾਣੀ, ਇਹ ਭਾਈ ਬਾਣੀ ਜਿਹੜੀ ਇਹਨੂੰ ਸਦਾ ਗਾ, ਕਿਉਂਕਿ ਇਹ ਸੱਚੀ ਬਾਣੀ, ਤੁਰਕੀ ਬਾਣੀ, ਲਾਹੀ ਬਾਣੀ, ਅਕਾਲੀ ਬਾਣੀ, ਰੱਬ ਦੇ ਘਰ ਤੋਂ ਆਏ ਹੋਏ ਸ਼ਬਦ ਆ। ਇਹਦਾ ਫਲ ਇਹ ਹੋਏਗਾ, ਇਹ ਬਾਣੀ ਗਾਉਂਦਾ, ਇਹ ਸ਼ਬਦ ਗਾਉਂਦਾ, ਤੂੰ ਇੱਕ ਦਿਨ ਉਹ ਸੱਚੇ ਵਿੱਚ ਸਮਾ ਜਾਏਗਾ, ਉਹਦਾ ਰੂਪ ਹੋ ਜਾਏਗਾ। ਤੇਰੇ ਕਿਰਦਾਰ ਚੋਂ ਬਾਣੀ ਨਜ਼ਰ ਆਏਗੀ, ਤੇਰੇ ਵਿਹਾਰ ਚੋਂ ਬਾਣੀ ਨਜ਼ਰ ਆਏਗੀ, ਤੇਰੀ ਬੋਲ ਬਾਣੀ ਚੋਂ ਬਾਣੀ ਨਜ਼ਰ ਆਏਗੀ। ਤੇਰੀਆਂ ਅੱਖਾਂ ਦੀ ਦ੍ਰਿਸ਼ਟੀ ਅਮਰ ਦ੍ਰਿਸ਼ਟੀ ਬਣ ਜਾਏਗੀ, ਤੇਰੇ ਕੰਨਾਂ ਦੀ ਸੁਣਨ ਸਰੋਤ ਬਦਲ ਜਾਏਗੀ, ਤੇਰਾ ਬੋਲਣਾ ਚੱਲਣਾ ਸਭ ਤੁਰਨਾ ਫਿਰਨਾ ਗੁਰੂ ਦੇ ਹੁਕਮ ਵਿੱਚ ਹੋ ਜਾਏਗਾ। ਇਹ ਬਾਣੀ ਦੀ ਅਜ਼ਮਤ ਵਾਪਰੇਗੀ, ਕਿਉਂਕਿ ਗੁਰੂ ਅਮਰਦਾਸ ਵੀ ਸ਼ਬਦ ਕਰਕੇ ਗੁਰੂ ਬਣੇ, ਬਾਬਾ ਲਹਿਣਾ ਸ਼ਬਦ ਕਰਕੇ ਗੁਰੂ ਬਣੇ, ਤੇ ਸਾਡਾ ਤਾਂ ਗੁਰੂ ਹੀ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਬਾਣੀ ਗੁਰੂ, ਗੁਰੂ ਹੈ ਬਾਣੀ। ਇਸ ਲਈ ਭਾਈ ਇਸ ਬਾਣੀ ਨਾਲ ਡੂੰਘੀਆਂ ਸਾਂਝਾਂ ਪਾਈਏ, ਜਿਸ ਕਰਕੇ ਜੀਵਨ ਲੋਕ ਸੁਖੀਏ, ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਦੇ ਭਾਗੀ ਬਣ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। तमाम ਭੁੱਲਾਂ ਚੁੱਕਾਂ ਦੀ ਖਿਮਾ। ਸ਼ਾਮ ਦੇ ਸਮਾਗਮ ਵੀ ਚੱਲ ਰਿਹਾ, ਨਵਾਂ ਸਾਲ ਗੁਰੂ ਦੇ ਨਾਲ 14 ਤਰੀਕ ਤੱਕ ਹੈ, 4:30 ਤੋਂ 5:30। ਜਿਹੜੀ ਸੰਗਤ ਪਹੁੰਚ ਸਕਦੀ ਆ ਉਦੋਂ ਵੀ ਹਾਜ਼ਰੀ ਭਰਿਓ। ਦਿਓ ਸੱਜਣ ਅਸੀਸੜੀਆਂ ਜੋ ਹੋਵੇ, ਸਾਹਿਬ ਸੁਮੇਲ। ਆਓ ਆਨੰਦ ਸਾਹਿਬ ਦੀ ਬਾਣੀ ਚ ਰਸਨਾ ਪਵਿੱਤਰ ਕਰੀਏ ਜੀ, ਫਿਰ ਅਰਦਾਸ ਬੇਨਤੀ ਵਿੱਚ ਜੁੜਾਂਗੇ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਆਨੰਦ ਸਾਹਿਬ ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣੇ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।